ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਕੈਨੇਡਾ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਪਹਿਲਾ ਮੁੱਦਾ ਤੁਹਾਡੇ ਨਾਲ ਜਿਹੜਾ ਅੱਜ ਕੈਨੇਡਾ ਦਾ ਇੱਥੇ ਦਾ ਬਹੁਤ ਚਰਚਾ ਦੇ ਵਿੱਚ ਆ, ਸਿਹਤ ਮੰਤਰੀ ਦਾ ਬਿਆਨ, ਫੈਡਰਲ ਸਾਡੇ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਬਿਆਨ। ਸਿਹਤ ਜਿਹੜਾ ਇਹ ਸਾਰਾ ਕੁਝ ਇਸ ਵੇਲੇ ਲਗਭਗ ਬਹੁਤ ਜ਼ਿਆਦਾ ਮੰਦੀ ਹਾਲਤ ਹੋਈ ਆ, ਉਹਦੇ ਬਾਰੇ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ। ਕੈਨੇਡਾ ਦੇ ਕਿਹੜੇ ਇਲਾਕੇ ਦੇ ਵਿੱਚ ਘਰ ਸਸਤੇ ਮਿਲ ਸਕਦੇ ਆ, ਘਰਾਂ ਬਾਰੇ ਅਕਸਰ ਗੱਲਬਾਤ ਹੁੰਦੀ ਹੈ, ਖਾਸ ਕਰ ਜਿਹੜੇ ਨਵੇਂ ਬੰਦੇ ਆ, ਕਿੱਥੇ ਘਰ ਕਿੰਨੇ ਦਾ, ਇਹ ਗੱਲਬਾਤ ਕਰਨੀ ਹੈ ਅੱਜ। ਇੱਕ ਸਕੂਲ ਦੇ ਵਿੱਚ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੀਆਂ ਕੁਛ ਰੀਤਾਂ ਦੇ ਸੰਬੰਧੀ ਕੋਰਟ ਨੇ ਫੈਸਲਾ ਦਿੱਤਾ, ਉਹ ਤੁਹਾਡੇ ਨਾਲ ਸਾਂਝਾ ਕਰਨਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਪੀਅਰ ਪੋਲੀਏਵ ਉਹਨਾਂ ਨੂੰ ਜਵਾਬ ਦਿੱਤਾ ਆ, ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। BC ਦੀਆਂ ਫੈਰੀਆਂ ਚਰਚਾ 'ਚ ਨੇ ਵੀ 50-50 ਸਾਲ ਹੋ ਗਏ, ਬਦਲਣੀਆਂ ਕਦੋਂ ਆ, ਤੀਜੇ ਦਿਨ ਖੜ੍ਹ ਜਾਂਦੀਆਂ, ਕੈਂਸਲੇਸ਼ਨ ਹੋ ਜਾਂਦੀ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਇੱਕ ਫਰਾਡ ਕਰਨ ਵਾਲੀ ਕੈਲਗਰੀ ਔਰਤ ਦੀ ਭਾਲ ਕੀਤੀ ਜਾ ਰਹੀ ਆ, ਉਹ ਤੁਹਾਡੇ ਨਾਲ ਗੱਲਬਾਤ ਕਰਨੀ ਆ। ਅਤੇ ਅਲਬਰਟਾ ਦੀ ਪ੍ਰੀਮੀਅਰ ਨੇ ਮੁਆਫੀ ਮੰਗੀ ਆ, ਕੇਸ ਮਾਮਲੇ ਦੇ ਵਿੱਚ ਮੁਆਫੀ ਮੰਗੀ ਆ। ਅਤੇ ਵਿਨੀਪੈਗ ਦੇ ਵਿੱਚ ਔਰਤਾਂ ਦੀਆਂ ਲਾਸ਼ਾਂ ਦਾ ਜਿਹੜਾ ਮਾਮਲਾ ਸੀ ਉਹ ਅੱਜ ਫੇਰ ਚਰਚਾ ਦੇ ਵਿੱਚ ਰਿਹਾ, ਉਹ ਗੱਲਬਾਤ ਵੀ ਤੁਹਾਡੇ ਨਾਲ ਕਰਨੀ ਆ। ਸਾਡੇ ਹੈਲਥ ਮਿਨਿਸਟਰ ਨੇ ਜਿਹੜੇ UV ਡਗਲਸ, ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਪ੍ਰੋਵਿੰਸ਼ੀਅਲ ਕਾਊਂਟਰ ਪਾਰਟਸ ਨੇ, ਭਾਵ ਜਿਹੜੇ ਪ੍ਰੋਵਿੰਸ ਦੇ ਹੈਲਥ ਮਿਨਿਸਟਰਸ ਨੇ, ਉਹਨਾਂ ਦੇ ਨਾਲ ਉਹ ਕਹਿੰਦੇ ਮੇਰੀ ਗੱਲਬਾਤ ਹੋਈ ਆ, ਪ੍ਰਾਈਵੇਟਲੀ ਵੀ ਹੋਈ ਆ, ਅਤੇ ਜੋ ਕੁਛ ਇਸ ਵੇਲੇ ਹੈਲਥ ਕੇਅਰ ਸਿਸਟਮ ਨੂੰ ਇੰਪਰੂਵ ਕਰਨ ਦੇ ਲਈ ਕੀਤਾ ਜਾਣਾ ਚਾਹੀਦਾ ਉਹ ਕਰਨ ਦੇ ਲਈ ਤਿਆਰ ਆ। ਕੱਲ੍ਹ ਬੁੱਧਵਾਰ ਨੂੰ ਸਾਡੇ ਫੈਡਰਲ ਮਿਨਿਸਟਰ ਨੇ ਇਹ ਗੱਲ ਕਹੀ ਆ, ਅਤੇ ਪਰ ਉਹ ਕਹਿੰਦੇ ਮਾਮਲਾ ਸਾਰਾ ਪ੍ਰੀਮੀਅਰਸ ਦੇ ਉੱਤੇ ਪਿਆ ਕਿ ਜਿਹੜੇ ਸਾਡੇ ਸਾਰੇ ਪ੍ਰੋਵਿੰਸਸ ਦੇ ਪ੍ਰੀਮੀਅਰ ਨੇ ਉਹ ਇਸ ਵੇਲੇ ਕੁਛ ਕਰ ਸਕਦੇ ਆ। ਗੱਲਬਾਤ ਸਾਰੀ ਉਹਨਾਂ ਦੇ ਕੋਲ ਆ। ਜਿਹੜੀ ਉਹਨਾਂ ਨੇ ਗੱਲ ਕਹੀ ਆ ਕਿ ਦ ਬਾਲ ਇਜ਼ ਇਨ ਦ ਪ੍ਰੀਮੀਅਰਸ ਕੋਰਟ, ਹੁਣ ਉਹਨਾਂ ਵਾਲੇ ਪਾਸੇ ਉਹਨਾਂ ਦੇ ਪਾਲੇ ਦੇ ਵਿੱਚ ਬਾਲ ਆ, ਉਹਨਾਂ ਨੇ ਜੋ ਕੁਛ ਕਰਨਾ। ਕਹਿਣ ਦਾ ਭਾਵ ਦੂਜਾ ਇਹਦਾ ਮਤਲਬ ਇਹ ਨਿਕਲਦਾ ਕਿ ਫੈਡਰਲ ਮਿਨਿਸਟਰ ਵੀ ਕਰਨ ਨੂੰ ਤਿਆਰ ਆ ਜੋ ਕੁਛ ਕੀਤਾ ਜਾਣਾ ਚਾਹੀਦਾ। ਮਾਮਲਾ ਤੁਹਾਨੂੰ ਪਤਾ ਕਿ ਸਾਡੇ ਹੈਲਥ ਕੇਅਰ ਸਿਸਟਮ ਦਾ ਆ, ਡਾਕਟਰ ਹੈ ਨਹੀਂ, ਨਰਸਸ ਹੈ ਨਹੀਂ, ਸਟਾਫ ਹੈ ਨਹੀਂ, ਜਿਹੜੀ ਐਮਰਜੈਂਸੀ ਆ ਉਹਦੇ ਵਿੱਚ 911 ਦੇ ਲਈ ਲੋਕ ਹੈ ਨਹੀਂ, ਕਾਲ ਦੇ ਲਈ ਲੋਕ ਉੱਥੇ ਪਹੁੰਚਦੀ ਨਹੀਂ ਆ, ਸਰਜਰੀਜ਼ ਕੈਂਸਲ ਹੋ ਰਹੀਆਂ, ਈਵਨ ਕੈਂਸਰ ਦੇ ਮਰੀਜ਼ਾਂ ਨੂੰ ਕਈ ਮਹੀਨੇ ਉਡੀਕ ਕਰਨਾ ਪੈਂਦਾ ਜੇ ਉਹਨਾਂ ਨੇ ਚੈੱਕਅਪ ਕਰਾਉਣਾ ਆ। ਜਿਹੜੇ ਬੱਚਿਆਂ ਦੇ ਵਿੱਚ ਇਸ ਵੇਲੇ ਇਨਫਲੂਐਂਜ਼ਾ ਆ, ਇਹਦੇ ਨਾਲ ਡਬਲ ਕਪੈਸਿਟੀ ਦੇ ਉੱਤੇ ਸਾਰੇ ਹਸਪੀਟਲ ਚੱਲ ਰਹੇ ਆ। ਫੈਮਿਲੀ ਫਿਜ਼ੀਸ਼ੀਅਨ ਹੈ ਨਹੀਂ ਜਿਹੜੇ ਸਾਰੇ ਕੈਨੇਡਾ ਦੇ ਵਿੱਚ ਹੀ। ਇਹ ਸਾਰਾ ਰਲਾ ਮਿਲਾ ਕੇ ਮਾਮਲਾ ਹੱਲ ਕਰਨ ਦੇ ਲਈ ਜਦੋਂ ਇੱਥੇ ਮਿਲੇ ਸੀਗੇ ਆਪਣੇ ਵੈਨਕੂਵਰ ਦੇ ਵਿੱਚ, ਸਾਰਿਆਂ ਦੀ ਮੀਟਿੰਗ ਵੀ ਹੋਈ ਸੀ। ਉਹਦੇ ਤੋਂ ਬਾਅਦ ਹੁਣ ਜਦੋਂ ਬਾਰ-ਬਾਰ ਇਹ ਮੰਗ ਉੱਠ ਰਹੀ ਆ ਤਾਂ ਖੁਲਾਸਾ ਜਿਹੜੇ ਆਪਣੇ ਇਹਨਾਂ ਨੇ ਫੈਡਰਲ ਮਿਨਿਸਟਰ, ਸਾਡੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਇਹ ਕੀਤਾ, ਅਸੀਂ ਉਹ ਕਹਿੰਦੇ ਸਾਰਾ ਕੁਛ ਕਰ ਲਿਆ। ਜਿਹੜੇ ਸਾਡੇ ਮਿਨਿਸਟਰ ਨੇ ਉਹ ਵੀ ਸਾਰੀ ਗੱਲਬਾਤ ਕਰਨ ਨੂੰ ਤਿਆਰ ਨੇ, ਜਿਹੜੇ ਸਾਡੇ ਪ੍ਰੋਵਿੰਸ ਦੇ ਮਿਨਿਸਟਰ ਨੇ, ਹੈਲਥ ਮਿਨਿਸਟਰ ਨੇ, ਅਤੇ ਮਾਮਲਾ ਹੁਣ ਸਿੱਧਾ ਉਹ ਕਹਿੰਦੇ ਜਿਹੜੇ ਪ੍ਰੀਮੀਅਰਸ ਦੇ ਕੋਲ ਆ ਕਿ ਉਹ ਕੁਛ ਕਰਨਗੇ ਤਾਂ ਹੀ ਕੁਛ ਹੋ ਸਕਦਾ, ਕਿਉਂਕਿ ਸਟਾਫ ਬਰਨ ਆਊਟ ਹੋ ਚੁੱਕਿਆ ਓਵਰ ਟਾਈਮ ਕਰਕੇ। ਅਤੇ ਸਾਰਾ ਕੁਝ ਜਿਹੜੇ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੇ ਉਹ ਇਸ ਵੇਲੇ ਮੰਗ ਇਹ ਕਰ ਰਹੇ ਆ ਕਿ ਕੈਨੇਡਾ ਦਾ ਜਿਹੜਾ ਹੈਲਥ ਟਰਾਂਸਫਰ ਆ ਇਹਨੂੰ ਵਧਾਇਆ ਜਾਵੇ, ਜਾਣੀ ਕਿ ਜਿਹੜਾ ਫੈਡਰਲ ਫੰਡਿੰਗ ਆ ਉਹ ਪ੍ਰੋਵਿੰਸਸ ਨੂੰ ਦਿੱਤੀ ਜਾਂਦੀ ਆ, ਅਤੇ ਉਹ ਇੱਕ ਵੱਡਾ ਪ੍ਰੋਵਿੰਸ਼ੀਅਲ ਹੈਲਥ ਸਿਸਟਮ ਦੇ ਵਿੱਚ ਵੱਡਾ ਫਲੋ ਫੈਡਰਲ ਫੰਡਿੰਗ ਦਾ ਹੁੰਦਾ, ਉਹ ਜ਼ਿਆਦਾ ਆਉਂਦੇ ਆ ਇੱਧਰਲੇ ਪਾਸੇ, ਤਾਂ ਇਹ ਸਾਰਾ ਸਿਸਟਮ ਚੱਲਦਾ। ਇਹ ਹੁਣ ਉਹ ਘਟ ਰਹੀ ਆ ਅਤੇ ਪ੍ਰੋਵਿੰਸ ਮੰਗ ਕਰ ਰਹੇ ਆ ਕਿ ਉਹ ਵਧਾਈ ਜਾਵੇ, ਅਤੇ ਉਹਦੇ ਨਾਲ ਉਹ ਕਹਿੰਦੇ ਅਸੀਂ ਰਿਫੋਰਮ ਕਰ ਸਕਦੇ ਹਾਂ, ਇਹਨੂੰ ਸਾਰੇ ਕੁਛ ਨੂੰ ਠੀਕ ਠਾਕ ਕਰ ਸਕਦੇ ਹਾਂ। ਤੁਹਾਨੂੰ ਯਾਦ ਹੋਊਗਾ ਜਿਹੜੇ ਸਾਡੇ ਮਿਨਿਸਟਰ ਡਗਲਸ ਨੇ, ਉਹ ਸਾਡੇ ਜਿਹੜੇ ਪ੍ਰੋਵਿੰਸ਼ੀਅਲ ਇੱਥੇ ਜਾਂ ਟੈਰੀਟੋਰੀਅਲ ਹੈਲਥ ਮਿਨਿਸਟਰ ਨੇ, ਉਹਨਾਂ ਨੂੰ ਪਿਛਲੇ ਮਹੀਨੇ ਇੱਥੇ ਵੈਨਕੂਵਰ ਦੇ ਵਿੱਚ ਮਿਲੇ ਸੀ। ਕਾਫੀ ਲੰਬਾ ਸਮਾਂ ਉਹਨਾਂ ਦੀ ਕੌਂਸਲੇਸ਼ਨ ਚੱਲੀ, ਅਤੇ ਪ੍ਰੀਮੀਅਰ ਨੇ ਜਿਹੜਾ ਆ ਉਹਨਾਂ ਨੇ ਸਾਈਨ ਆਫ ਕਰਨ ਨੂੰ ਰਿਫਿਊਜ਼ ਕਰ ਦਿੱਤਾ ਸੀ। ਕਹਿੰਦੇ ਅਸੀਂ ਪ੍ਰੋਬਲਮਸ ਉੱਤੇ ਐਗਰੀ ਹਾਂ, ਸੋਲੂਸ਼ਨਸ ਜਿਹੜੀਆਂ ਨਾ ਪ੍ਰੋਬਲਮਸ ਦੇ ਹੈਗੇ ਆ, ਟੋਟਲ ਐਗਰੀਮੈਂਟ ਹੈ ਨਹੀਂ ਇਸ ਗੱਲ ਦੇ ਉੱਤੇ। ਅਤੇ ਵੈਨਕੂਵਰ ਦੇ ਵਿੱਚ ਉਹ ਕਹਿੰਦੇ ਸੀ ਪ੍ਰਾਈਵੇਟਲੀ ਵੀ ਸਾਰਿਆਂ ਨਾਲ ਗੱਲਬਾਤ ਕੀਤੀ ਸੀ, ਅਤੇ ਹੁਣ ਇਸ ਮਾਮਲੇ ਦੇ ਉੱਤੇ ਦੇਖੋ ਕੀ ਕਰਦਾ। ਉਹਨਾਂ ਨੇ ਸਾਰੀ ਦੀ ਸਾਰੀ ਗੱਲ ਜਿਹੜੇ ਪ੍ਰੀਮੀਅਰ ਦੇ ਉੱਤੇ ਸਿੱਟ ਦਿੱਤੀ ਆ ਕਿ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਅਸੀਂ ਜੋ ਕਰਦੇ ਹਾਂ ਉਹ ਕਰ ਚੁੱਕੇ ਹਾਂ। ਹੁਣ ਜਿਹੜੇ ਆਪਣੇ ਇਹ ਪ੍ਰੋਵਿੰਸ਼ੀਅਲ ਹੈਲਥ ਮਿਨਿਸਟਰ ਜਿਹੜੇ ਪ੍ਰੀਮੀਅਰਸ ਨੇ, ਇਹਨਾਂ ਨੇ ਉਹਦੇ ਉਲਟ ਵੀ ਕੁਛ ਨਾ ਕੁਛ ਕਹਿਣਾ ਸ਼ੁਰੂ ਕਰ ਦਿੱਤਾ। ਮੈਨੀਟੋਬਾ ਦੇ ਪ੍ਰੀਮੀਅਰ ਨੇ ਜਿਹੜੇ ਹੀਥੀਆ ਸਟੈਫਨਸਨ, ਉਹਨਾਂ ਨੇ ਕਿਹਾ ਕਿ ਜਿਹੜੇ ਫੈਡਰਲ ਮਿਨਿਸਟਰ ਆ ਇਹਨਾਂ ਦਾ ਕਮੈਂਟ ਇਨਐਕੂਰੇਟ ਆ, ਇਹ ਠੀਕ ਨਹੀਂ ਆ। ਇਹ ਕਹਿਣਾ ਕਿ ਅਸੀਂ ਜਿਹੜਾ ਵੀ ਜਿਹੜੀ ਹੈਲਥ ਕੈਨੇਡਾ ਦੀ ਟਰਾਂਸਫਰ ਆ ਉਹ ਇੰਨੀ ਹੈ ਹੀ ਨਹੀਂ ਆ ਜਿਹੜੀ ਵੀ ਉਹਦੇ ਨਾਲ ਕੁਛ ਹੋ ਸਕੇ। ਨਾਲੇ ਉਹ ਕਹਿੰਦੇ ਇਹ ਏਜੰਡੇ ਦੇ ਉੱਤੇ ਗੱਲ ਹੀ ਹੈ ਨਹੀਂ ਸੀ ਜਿਹੜੀ ਪਿਛਲੇ ਮਹੀਨੇ ਦੇ ਵਿੱਚ ਮੀਟਿੰਗ ਹੋਈ ਆ ਉਹਦੇ ਵਿੱਚ। ਅਤੇ ਜਿਹੜੀਆਂ
ਜਿਹੜੀਆਂ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਜਾ ਰਹੀਆਂ ਉਹ ਕਹਿੰਦੇ ਹੋਰ ਆ ਰਹੇ, ਅਸਲ ਦੇ ਵਿੱਚ ਸਾਰੇ ਦੀ ਸਾਰੇ ਇਸ ਵੇਲੇ ਇੱਕ ਦੂਜੇ ਦੇ ਉੱਤੇ ਦੋਸ਼ ਸੁੱਟਣ ਦੀ ਗੱਲਬਾਤ ਚੱਲ ਰਹੀ ਆ। ਸਹੀ ਮਾਇਨੇ ਦੇ ਵਿੱਚ ਕੁਝ ਕੀਤਾ ਜਾਂਦਾ ਜਾਂ ਕਿ ਨਹੀਂ ਕੀਤਾ ਜਾਂਦਾ, ਇਹ ਦੇਖਣ ਵਾਲੀ ਗੱਲ ਆ। ਡਾਕਟਰਾਂ ਦੀ ਘਾਟ ਆ, ਸਿਸਟਮ ਦੀ ਘਾਟ ਆ, ਸਟਾਫ ਦੀ ਘਾਟ ਆ, ਐਂਬੂਲੈਂਸਿਸ ਦੀ ਘਾਟ ਆ। ਫੈਡਰਲ ਮਿਨਿਸਟਰ ਨੇ ਸਿੱਧਾ ਆਪਣੇ ਵੱਲੋਂ ਪੱਲਾ ਝਾੜ ਕੇ ਪ੍ਰੀਮੀਅਰ ਦੇ ਉੱਤੇ ਸਿੱਟ ਦਿੱਤਾ, ਤੇ ਪ੍ਰੀਮੀਅਰ ਹੁਣ ਉਲਟਾ ਕੁਦਰਤੀ ਤੌਰ 'ਤੇ ਜਿੱਦਾਂ ਬਿਆਨ ਆਉਣੇ ਸ਼ੁਰੂ ਹੋ ਗਿਆ, ਇਹ ਫੈਡਰਲ ਮਿਨਿਸਟਰ ਨੂੰ ਕਹੀ ਜਾਣਗੇ, ਹੈਲਥ ਮਿਨਿਸਟਰ ਨੂੰ, ਕਿ ਇਹ ਜ਼ਿੰਮੇਵਾਰ ਆ। ਪਰ ਲੋਕ ਤੰਗ ਨੇ ਤੇ ਮਾਮਲਾ ਉੱਥੇ ਦਾ ਉੱਥੇ ਹੀ ਆ। ਹੈਲਥ ਸਿਸਟਮ ਕੈਨੇਡਾ ਦੇ ਇਸ ਵੇਲੇ ਬਹੁਤ ਜ਼ਿਆਦਾ ਸੰਕਟ ਦੇ ਵਿੱਚ ਆ, ਲੋਕ ਬਹੁਤ ਜ਼ਿਆਦਾ ਦੁਖੀ ਨੇ। ਦੋਸਤੋ, ਲਗਾਤਾਰ ਇੰਟਰਸਟ ਰੇਟ ਪਿਛਲੇ ਸਮੇਂ ਦੇ ਵਿੱਚ ਵਧੇ ਆ, ਤੁਸੀਂ ਸਾਰੇ ਜਾਣਦੇ ਆ। ਕੈਨੇਡਾ ਦੇ ਵਿੱਚ ਮੌਰਗੇਜ ਲੈਣੀ ਜਿਹੜੀ ਬਹੁਤ ਔਖੀ ਹੋ ਚੁੱਕੀ ਆ, ਤੇ ਜਿਹੜਾ ਐਵਰੇਜ ਪ੍ਰਾਈਸ ਆ ਉਹ 6,45,000 ਦੱਸਿਆ ਜਾ ਰਿਹਾ, ਔਰ ਵੱਖ-ਵੱਖ ਤਰੀਕਿਆਂ ਦੇ ਜਿਹੜੇ ਪ੍ਰਾਈਸਿਸ ਵੱਖ-ਵੱਖ ਇਲਾਕਿਆਂ ਦੇ ਵਿੱਚ ਹੈਗੇ ਆ। ਤੇ ਜਿਹੜਾ ਰੀਅਲ ਸਟੇਟ ਐਸੋਸੀਏਸ਼ਨ ਆ, ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਆ, ਉਹਦੇ ਹਿਸਾਬ ਨਾਲ ਵੀ ਜਿਹੜੀਆਂ ਘਰਾਂ ਦੀਆਂ ਕੀਮਤਾਂ ਵੀ ਥੱਲੇ ਆਈਆਂ, ਘਰਾਂ ਦੀ ਸੇਲ ਦੇ ਵਿੱਚ ਵੀ ਕਮੀ ਹੋਈ ਆ। ਹੁਣ ਮਾਮਲਾ ਇਹ ਹੈ ਕਿ ਜਿਹੜਾ ਇੱਕ ਨਵਾਂ ਬੰਦਾ ਆ ਜਾਂ ਇੱਕ ਇਲਾਕੇ ਦੇ ਵਿੱਚ ਬੈਠਾ ਬੰਦਾ, ਉਹ ਜਾਣਨਾ ਇਹ ਚਾਹੁੰਦਾ ਵੀ ਮੈਨੂੰ ਦੂਜੇ ਪਾਸੇ ਕੀ ਮਿਲ ਸਕਦਾ। ਇੱਥੇ ਸਰੀ ਦੇ ਵਿੱਚ ਜੇ ਕਿਸੇ ਨੇ ਘਰ ਲੈਣਾ ਹੋਵੇ, $1 ਮਿਲੀਅਨ ਦੇ ਨੇੜੇ ਜਾਂ $1 ਮਿਲੀਅਨ ਦੇ ਨੇੜੇ ਤੇੜੇ ਮਿਲਦਾ ਆ ਪੁਰਾਣਾ ਘਰ ਜੇ ਕੋਈ ਲੈਂਦਾ ਆ। ਫਿਰ ਉਹ ਤੋਂ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ, ਟਾਊਨ ਹਾਊਸਸ ਹੁੰਦੇ ਆ, ਕੌਂਡੋਜ਼ ਹੁੰਦੇ ਆ, ਵੱਡੇ ਘਰ ਹੁੰਦੇ ਆ। ਹੁਣ ਇੱਕ ਉਹਨਾਂ ਨੇ ਸਟੱਡੀ ਕੀਤੀ ਆ, ਇੱਕ .2 ਹੋਮਜ਼ ਆ, ਜਿਹੜੀ ਸਟੱਡੀ ਇੱਕ ਆਰਗੇਨਾਈਜੇਸ਼ਨ ਉਹਨੇ ਕੀਤੀ ਆ, ਕਿ ਜੇ ਕਿਸੇ ਕੋਲ $3 ਲੱਖ ਹੋਵੇ ਜਾਂ $3 ਲੱਖ ਦੀ ਉਹਦੇ ਕੋਲ ਮੌਰਗੇਜ ਹੋਵੇ, ਤਾਂ ਮਤਲਬ ਜਿਹੜਾ ਕਿ ਨੈਸ਼ਨਲ ਐਵਰੇਜ 6,45,000 ਆ, ਉਹ ਕਿਸੇ ਕੋਲ ਅੱਧੇ ਪੈਸੇ ਹੀ ਆ ਵੀ $3 ਲੱਖ ਦੀ ਉਹ ਮੌਰਗੇਜ ਲੈ ਸਕਦਾ, ਤੇ ਇਹਦੇ ਨਾਲ ਕਿਤੇ ਕੁਝ ਮਿਲ ਸਕਦਾ। ਇਹਨਾਂ ਨੇ ਜਿਹੜੀ ਕੈਨੇਡਾ ਦੇ ਸਭ ਤੋਂ ਵੱਡੇ 43 ਸ਼ਹਿਰ ਆ, ਉਹਨਾਂ ਦੀ ਸਟੱਡੀ ਕੀਤੀ ਆ, ਤੇ ਉਹਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਫਿਰ ਅੰਕੜੇ ਕੱਢ ਕੇ ਦੱਸਿਆ ਵੀ $3 ਲੱਖ ਦੇ ਵਿੱਚ ਕਿਸ ਸ਼ਹਿਰ ਦੇ ਵਿੱਚ ਕੀ ਮਿਲ ਸਕਦਾ। ਹਾਲਾਂਕਿ ਬਹੁਤਾ ਕੁਝ ਨਹੀਂ ਆ, ਵੈਨਕੂਵਰ ਟੋਰਾਂਟੋ ਵਰਗੇ ਇਲਾਕਿਆਂ ਦੇ ਵਿੱਚ ਇਹਦੇ ਨਾਲ ਕੀ ਬਹੁਤਾ ਕੁਝ ਨਹੀਂ ਮਿਲ ਸਕਦਾ, ਪਰ ਫਿਰ ਵੀ ਇੱਕ ਆਨਲਾਈਨ ਜਿਹੜਾ ਰੀਅਲ ਸਟੇਟ ਸਰਚ ਪੋਰਟਲ ਆ, ਉਹਦੇ ਉੱਤੇ ਉਹਨਾਂ ਨੇ ਕੁਇਬੈਕ, ਅਟਲਾਂਟਿਕ ਕੈਨੇਡਾ, ਸੇਂਟ ਜੌਨਸ ਦਾ, ਨਿਊ ਫਾਊਂਡਲੈਂਡ, ਲੈਬਰਾਡੋਰ, ਇਹਨਾਂ ਥਾਵਾਂ ਦੇ ਉੱਤੇ ਉਹਨਾਂ ਨੇ ਦੇਖਿਆ ਕਿ ਜੇ ਕਿਸੇ ਨੇ $3 ਲੱਖ ਦਾ ਘਰ ਲੈਣਾ ਆ, ਤੇ ਜਾਂ ਤਾਂ ਕੁਇਬੈਕ ਚੱਲ ਜੇ ਉੱਧਰਲੇ ਪਾਸੇ, ਅਟਲਾਂਟਿਕ ਕੈਨੇਡਾ ਦੇ ਵਿੱਚ, ਜਾਂ ਸੇਂਟ ਜੌਨਸ ਚਲੇ ਨਿਊ ਫਾਊਂਡਲੈਂਡ ਦੇ ਵਿੱਚ, ਲੈਬਰਾਡੋਰ ਦੇ ਵਿੱਚ, ਉੱਧਰਲੇ ਪਾਸੇ 3 ਲੱਖ ਦੇ ਵਿੱਚ ਫਿਰ ਵੀ ਕੁਛ ਨਾ ਕੁਛ ਮਿਲ ਸਕਦਾ ਆ। ਤੇ ਜਿਹੜੇ ਦੂਜੇ ਥਾਂ ਹੈਗੇ ਆ, ਉੱਥੇ ਉਹ ਕਹਿੰਦੇ ਥੋੜ੍ਹਾ ਜਿਹਾ ਮੁਸ਼ਕਲ ਆ ਇਹ ਇੰਨੇ ਦੇ ਵਿੱਚ ਮਿਲਣਾ। ਹੁਣ ਉਹਨਾਂ ਨੇ ਇਕੱਲੇ ਸ਼ਹਿਰ ਦਾ ਕੱਢ ਕੇ ਦੱਸਿਆ ਕਿ ਤੁਸੀਂ ਜੇਕਰ ਇੱਥੇ ਜਾਂਦੇ ਆ ਨਿਊ ਫਾਊਂਡਲੈਂਡ ਜਾਂ ਲੈਬਰਾਡੋਰ ਦੇ ਵਿੱਚ, 3 ਲੱਖ ਘਰ ਦੇ ਵਿੱਚ ਤੁਹਾਡੇ ਕੋਲ 1500 ਸਕੁਏਅਰ ਫੁੱਟ ਦੀ ਰੈਜ਼ੀਡੈਂਸ਼ੀਅਲ ਸਪੇਸ ਮਿਲ ਸਕਦੀ ਆ। 1500 ਸਕੁਏਅਰ ਫੁੱਟ ਇੱਕ ਘਰ ਕੁਬੈਕ ਦੇ ਟੋਰਸ ਰਿਵਰਸ ਦੇ ਵਿੱਚ, ਤੇ ਜਿਹਦੇ ਵਿੱਚ ਜਿਹੜੇ ਹੈਗੇ ਆ 139 ਸਕੁਏਅਰ ਮੀਟਰ ਜਾਂ 1500 ਸਕੁਏਅਰ ਫੁੱਟ ਦਾ ਤੁਹਾਨੂੰ ਇਹ ਮਿਲ ਸਕਦਾ ਆ। ਤੇ ਇਹ ਕਹਿੰਦੇ ਕਾਫੀ ਤੁਹਾਨੂੰ ਸਸਤਾ ਪੈ ਸਕਦਾ ਜੇ ਤੁਸੀਂ 3 ਲੱਖ ਦੇ ਵਿੱਚ ਲੈਣਾ ਆ। ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਇਸ ਥਾਂ ਦੇ ਉੱਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਇਹ ਇੰਨੇ ਦਾ ਇੱਥੇ ਮਿਲ ਸਕਦਾ ਆ। ਦੂਜਾ ਉਹ ਇਹ ਦੱਸਦੇ ਆ ਕਿ ਜਿਹੜੇ ਵੱਖ-ਵੱਖ ਹੋਰ ਇਲਾਕੇ ਨੇ ਉੱਥੇ, ਜਿਹੜੇ ਬਹੁਤ ਪਾਪੂਲੇਟਡ ਸਿਟੀ ਨੇ, 20 ਮਤਲਬ ਕੈਨੇਡਾ ਦੇ ਹੈਗੇ ਨੇ, ਉਹਨਾਂ ਦੇ ਵਿੱਚ ਇਹ ਵੀ ਹਾਲ ਤੱਕ 3 ਲੱਖ ਦੇ ਨਾਲ ਤੁਹਾਨੂੰ 50 ਸਕੁਏਅਰ ਮੀਟਰ ਜਾਂ 500 ਸਕੁਏਅਰ ਫੁੱਟ ਵੀ ਰੈਜ਼ੀਡੈਂਸ਼ੀਅਲ ਸਪੇਸ ਦਾ ਨਹੀਂ ਮਿਲਦਾ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਸ ਥਾਂ ਦੇ ਉੱਤੇ ਰਹਿ ਰਹੇ ਹੋ। ਗੱਲ ਇੱਕ ਪਾਸਿਓਂ ਸ਼ੁਰੂ ਕਰਦੇ ਹਾਂ ਆਪਾਂ, ਉੱਧਰਲੇ ਪਾਸਿਓਂ ਕੁਬੈਕ ਤੋਂ। ਟੋਰਸ ਰਿਵਰ ਦੇ ਵਿੱਚ ਕੁਬੈਕ ਦੇ ਵਿੱਚ 3,80,000 ਦਾ ਘਰ ਆ, ਜਿਹੜਾ 2015 ਦੇ ਵਿੱਚ ਬਣਿਆ ਆ, ਤੇ 1200 ਸਕੁਏਅਰ ਫੁੱਟ ਦਾ ਇਹ ਘਰ ਆ। ਲੋਟ ਸਾਈਜ਼ ਜਿਹੜਾ 5200 ਸਕੁਏਅਰ ਫੁੱਟ ਦੱਸੀ ਜਾ ਰਹੀ ਆ। ਸੋ ਜੇ ਤੁਸੀਂ $3,79,000 ਦੀ ਮੌਰਗੇਜ ਜਾਂ ਤੁਹਾਡੇ ਕੋਲ ਇੰਨਾ ਪੈਸਾ ਹੈਗਾ ਆ, ਤੇ 2015 ਜਿਹੜਾ ਕਿ ਕੋਈ 7-8 ਸਾਲ ਪਹਿਲਾਂ ਹੀ ਬਣਿਆ ਘਰ ਆ, ਉਹ ਤੁਹਾਨੂੰ 1200 ਸਕੁਏਅਰ ਫੁੱਟ ਦਾ ਉੱਥੇ ਕੁਬੈਕ ਦੇ ਵਿੱਚ ਮਿਲ ਸਕਦਾ ਆ। ਤੇ ਉੱਥੇ ਜਾ ਕੇ ਤੁਸੀਂ ਮਤਲਬ ਓਪਨ ਕਨਸੈਪਟ ਫਲੋਰ ਪਲਾਨ ਆ, ਕਹਿੰਦੇ ਇਹਦੇ 'ਚ 2 ਬੈਡਰੂਮ ਆ, 2 ਬਾਥਰੂਮ ਆ, ਕਿਚਨ ਆ, ਤੇ ਉਹਦੇ ਨਾਲ ਹੀ ਜਿਹੜਾ ਲਿਵਿੰਗ ਰੂਮ ਆ, ਉੱਥੇ ਜਾ ਕੇ ਤੁਹਾਨੂੰ ਇੰਨੇ ਦੇ ਵਿੱਚ ਇਹ ਘਰ ਮਿਲ ਸਕਦਾ। ਦੂਜੀ ਜਗ੍ਹਾ ਉਹਨਾਂ ਨੇ ਦੱਸਿਆ ਸੇਂਟ ਜੌਨਸ। ਸੇਂਟ ਜੌਨਸ ਹੈਗਾ ਸ਼ਹਿਰ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਵਿੱਚ। ਇੱਥੇ 2,94,000 ਦਾ ਘਰ 1996 ਦਾ ਬਣਿਆ ਆ, 1600 ਸਕੁਏਅਰ ਫੁੱਟ ਦੇ ਵਿੱਚ ਮਿਲ ਸਕਦਾ। ਲੋਟ ਸਾਈਜ਼ 0.2 ਹੈਕਟੇਅਰ ਦੱਸਦੇ ਆ। ਕਈ ਇਹਦੀ ਕਹਿੰਦੇ ਭਾਵੇਂ ਬਣਿਆ 1996 ਦਾ, ਅਪਗ੍ਰੇਡ ਇਹਦੇ 'ਚ ਬਹੁਤ ਸਾਰੇ ਹੋਏ ਆ, ਤੇ ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਕਾਫੀ ਚੰਗੀ ਚੀਜ਼, ਜਿਹੜੀ ਵੱਡਾ ਲਿਵਿੰਗ ਏਰੀਆ, ਉਹਦੇ ਨਾਲ ਕਿਚਨ, ਟੌਪ ਫਲੋਰ ਦੇ ਉੱਤੇ 3 ਬੈਡਰੂਮ, 4 ਪੀਸ ਜਿਹੜੇ ਬਾਥਰੂਮ ਹੈਗੇ ਆ, ਇਸੇ ਤਰ੍ਹਾਂ ਫੁਲੀ ਫਰਨਿਸ਼ ਜਿਹੜੀ ਇਨ ਸਵੀਟਸ ਹੈਗੀਆਂ ਆ,
ਇੱਕ ਪੂਰੀ ਦੀ ਪੂਰੀ ਬੇਸਮੈਂਟ ਇਸ ਘਰ ਦੇ ਵਿੱਚ ਤੁਹਾਨੂੰ ਮਿਲ ਸਕਦੀ ਆ। ਇਹ ਵੀ ਨਿਊਫਾਊਂਡਲੈਂਡ ਦੇ ਵਿੱਚ ਵੀ $2,94,900 ਦੀ ਇਹ ਲਿਸਟਿੰਗ ਲੱਗੀ ਆ। ਤੀਜਾ ਸਸਕਾਚਵਨ ਦੇ ਵਿੱਚ ਰਜਾਈਨਾ ਆ। ਰਜਾਈਨਾ ਦੇ ਵਿੱਚ ਦੱਸਦੇ ਆ ਕਿ 2,34,000 ਦਾ ਤੁਹਾਨੂੰ ਉੱਥੇ ਘਰ ਸੇਲ ਦੇ ਉੱਤੇ ਲੱਗਿਆ। 1418 ਸਕੁਅਰ ਫੁੱਟ ਦਾ ਆ। 1418 ਸਕੁਅਰ ਫੁੱਟ ਦਾ ਤੇ 3100 ਸਕੁਅਰ ਫੁੱਟ ਦੀ ਲਾਟ ਆ। ਇਹ 1913 ਦਾ ਬਣਿਆ ਆ। ਘਰ ਪੁਰਾਣਾ ਆ, ਪਰ ਇਹਨੂੰ ਕਹਿੰਦੇ ਕਾਫੀ ਜ਼ਿਆਦਾ ਜਿਹੜਾ 2.5 ਸਟੋਰੀ ਘਰ ਆ ਰਜਾਈਨਾ ਦੇ ਵਿੱਚ। ਇਹ 132 ਸਕੁਅਰ ਮੀਟਰ ਤੇ ਇਹਦੇ ਨਾਲ 3 ਬੈਡਰੂਮ ਆ। ਇਸੇ ਤਰ੍ਹਾਂ ਹੀ ਇੱਕ ਬੋਨਸ ਰੂਮ ਵੀ ਹੈਗਾ ਟੌਪ ਫਲੋਰ ਦੇ ਉੱਤੇ, ਤੇ ਕਿਚਨ, ਲਿਵਿੰਗ ਰੂਮ, ਸਾਰਾ ਕੁਛ। ਇਹ ਘਰ ਤੁਹਾਨੂੰ ਜੇਕਰ ਤੁਸੀਂ ਉੱਥੇ ਲੈਣਾ ਚਾਹੁੰਦੇ ਆ 2,34,000 ਦਾ ਰਜਾਈਨਾ ਦੇ ਵਿੱਚ 1400 ਸਕੁਅਰ ਫੁੱਟ ਦਾ ਘਰ ਤੁਹਾਨੂੰ ਮਿਲ ਸਕਦਾ। ਫਿਰ ਐਡਮਿੰਟਨ ਦੇ ਵਿੱਚ ਅਪਾਰਟਮੈਂਟ 2,70,000 ਰੁਪਈਏ ਦਾ $70,000 ਦਾ ਜਿਹੜਾ ਮਿਲ ਸਕਦਾ ਤੁਹਾਨੂੰ 1978 ਦਾ ਬਣਿਆ ਆ। 1,387 ਸਕੁਅਰ ਫੁੱਟ ਇਹਦੀ ਥਾਂ ਹੋਊਗੀ। ਸੋ ਐਡਮਿੰਟਨ ਦੇ ਵਿੱਚ ਵੀ 2,70,000 ਦਾ ਅਪਾਰਟਮੈਂਟ 1978 ਦਾ ਬਣਿਆ। 1,387 ਸਕੁਅਰ ਫੁੱਟ ਦਾ ਜਿਹੜਾ ਤੁਹਾਨੂੰ ਮਿਲ ਸਕਦਾ ਹੈ ਅਪਾਰਟਮੈਂਟ। 2 ਬੈਡਰੂਮ ਦਾ ਤੇ 2 ਬਾਥਰੂਮ ਇਹਦੇ ਵਿੱਚ ਹੈਗੇ ਆ। ਕੰਬਾਈਨਡ ਲਿਵਿੰਗ ਰੂਮ ਆ ਵਿੱਚ, ਜਿਹੜੀ ਕਿਚਨ ਤੇ ਡਾਈਨਿੰਗ ਏਰੀਆ ਉਹਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ। ਸੋ ਇਹ ਜੇ ਵਿਨੀਪੈਗ ਦੇ ਵਿੱਚ ਜਾਣਾ ਚਾਹੁੰਦੇ ਹੋ, ਵਿਨੀਪੈਗ ਦੇ ਵਿੱਚ ਘਰ ਮਿਲ ਸਕਦਾ ਤੁਹਾਨੂੰ 2,29,000 ਦਾ 1930 ਦਾ ਬਣਿਆ ਹੈ ਤੇ 900 ਸਕੁਅਰ ਫੁੱਟ ਦੇ ਵਿੱਚ। ਸੋ ਇਹ ਜਿਹੜਾ ਹਾਊਸ ਆ 2,29,000 ਦਾ 900 ਸਕੁਅਰ ਫੁੱਟ ਦੇ ਵਿੱਚ, ਤੇ ਲੋਟ ਸਾਈਜ਼ ਉਹਦੀ ਜਿਹੜੀ ਹੈਗੀ ਆ 3,000 ਸਕੁਅਰ ਫੁੱਟ। ਤੇ ਇੱਥੇ ਮਤਲਬ ਇੱਕ ਤਰ੍ਹਾਂ ਦਾ ਇਹ ਜਿਹੜਾ ਲਿਵਿੰਗ ਏਰੀਆ ਕਾਫੀ ਜ਼ਿਆਦਾ, ਇਹਦੇ ਵਿੱਚ ਹਾਰਡਵੁੱਡ ਫਲੋਰਿੰਗ ਆ, ਤੇ ਡਾਈਨਿੰਗ ਏਰੀਆ, ਕਿਚਨ, 2 ਬੈਡਰੂਮ, ਤੇ ਇਸੇ ਤਰ੍ਹਾਂ ਹੀ ਦੱਸਦੇ ਆ ਕਿ ਇਹਦਾ ਜਿਹੜਾ ਬੈਕਯਾਰਡ ਤੇ ਬੇਸਮੈਂਟ ਅਨਫਰਨਿਸ਼ਡ ਇੱਥੇ ਤੁਹਾਨੂੰ ਮਿਲ ਸਕਦੀ ਆ। ਜੇ ਤੁਸੀਂ ਟਾਊਨ ਹਾਊਸ ਹੈਲੀਫੈਕਸ ਦੇ ਵਿੱਚ ਲੈਣਾ ਚਾਹੁੰਦੇ ਆ, ਹੈਲੀਫੈਕਸ ਦੇ ਵਿੱਚ 3,34,000 ਦਾ 1977 ਦਾ ਬਣਿਆ ਟਾਊਨ ਹਾਊਸ 1,200 ਸਕੁਅਰ ਫੁੱਟ ਦਾ ਮਿਲ ਰਿਹਾ। ਤੇ ਇਹ ਹੈਲੀਫੈਕਸ ਦੇ ਵਿੱਚ ਇਹਦੇ ਵਿੱਚ ਵੀ ਦੱਸਦੇ ਆ ਕਿ ਕਿਚਨ, ਲਿਵਿੰਗ ਏਰੀਆ, ਡਾਈਨਿੰਗ ਰੂਮ ਮੇਨ ਫਲੋਰ ਦੇ ਉੱਤੇ ਹੈਗੇ ਆ, ਬਾਥਰੂਮ ਤੇ 3 ਬੈਡਰੂਮ ਅੱਪਰ ਲੈਵਲ ਦੇ ਉੱਤੇ ਦੱਸਦੇ ਆ, ਤੇ ਕਾਫੀ ਜ਼ਿਆਦਾ ਖੁੱਲ੍ਹਾ ਜਿਹੜਾ ਇਹ ਘਰ ਵੀ ਦੱਸਿਆ ਜਾ ਰਿਹਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣਾ ਚਾਹੁੰਦੇ ਹੋ, ਕਲੋਨਾ ਬਹੁਤ ਵਧੀਆ ਇਲਾਕਾ ਆ। ਇੱਥੇ ਅਪਾਰਟਮੈਂਟ 3,39,000 ਦਾ ਮਿਲਦਾ ਆ, 1967 ਦਾ ਬਣਿਆ ਤੇ 659 ਸਕੁਅਰ ਫੁੱਟ ਦਾ। ਹੁਣ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਮਹਿੰਗਾ ਕਿੱਦਾਂ ਹੁੰਦਾ ਜਾਂਦਾ ਤੇ ਸਾਈਜ਼ ਕਿੱਦਾਂ ਛੋਟਾ ਹੁੰਦਾ ਜਾਂਦਾ। 1967 ਦਾ ਬਣਿਆ ਅਪਾਰਟਮੈਂਟ 3,39,000 ਦਾ 659 ਸਕੁਅਰ ਫੁੱਟ ਦੇ ਵਿੱਚ ਕਲੋਨਾ ਦੇ ਵਿੱਚ ਲਿਆ ਜਾ ਸਕਦਾ ਆ। ਇਸੇ ਤਰ੍ਹਾਂ ਹੀ ਟੋਰਾਂਟੋ ਦੇ ਵਿੱਚ ਲੈਣਾ ਚਾਹੁੰਦੇ ਆ, ਅਪਾਰਟਮੈਂਟ ਮਿਲ ਸਕਦਾ 2,99,000 ਦਾ 2007 ਦਾ ਬਣਿਆ ਹੈ ਤੇ 397 ਸਕੁਅਰ ਫੁੱਟ ਦਾ। 400 ਸਕੁਅਰ ਫੁੱਟ ਦਾ ਅਪਾਰਟਮੈਂਟ ਜਿਹੜਾ ਤੁਹਾਨੂੰ ਟੋਰਾਂਟੋ ਦੇ ਵਿੱਚ ਇਹ ਮਿਲ ਸਕਦਾ ਆ, ਜਿਹੜਾ ਕਿ ਜਿਸ ਤਰੀਕੇ ਦੇ ਨਾਲ ਓਪਨ ਕਨਸੈਪਟ ਲਿਵਿੰਗ, ਕਿਚਨ ਏਰੀਆ ਤੇ ਫੁੱਲ ਜਿਹੜਾ ਬਾਥਰੂਮ ਇੱਥੇ ਹੈਗਾ ਆ। ਇੱਕ ਅੰਡਰਗਰਾਊਂਡ ਪਾਰਕਿੰਗ ਤੁਹਾਨੂੰ ਉਹਦੇ ਵਿੱਚ ਥੱਲੇ ਮਿਲਦੀ ਆ, ਤੇ ਜਿਹੜਾ ਬੱਸ ਸਟਾਪ ਨੇੜੇ ਦੱਸਿਆ ਜਾ ਰਿਹਾ ਹੈ। ਵੈਨਕੂਵਰ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ $3,00,000 ਦੇ ਵਿੱਚ, ਤਾਂ ਜਿਹੜਾ ਲੀਜ਼ ਹੋਲਡ ਅਪਾਰਟਮੈਂਟ ਇੱਥੇ ਮਿਲੂਗਾ ਤੁਹਾਨੂੰ 3,39,000 ਦਾ। ਲੀਜ਼ ਹੋਲਡ ਅਪਾਰਟਮੈਂਟ 3,39,000 ਦਾ 1965 ਦਾ ਬਣਿਆ ਆ, ਸਿਰਫ 436 ਸਕੁਅਰ ਫੁੱਟ ਦਾ। ਤੇ ਇਹਨੂੰ ਕਹਿੰਦੇ ਕਈ ਵਾਰੀ ਰੈਨੋਵੇਟ ਕੀਤਾ ਗਿਆ ਆ, ਕਿਚਨ ਆ ਤੇ ਹੋਰ ਸਾਰਾ ਕੁਛ ਆ। ਵੈਨਕੂਵਰ ਦੇ ਵੈਸਟ ਐਂਡ ਦੇ ਉੱਤੇ ਲੋਕੇਟਡ ਆ, ਵਾਲਕੋਨੀ ਆ, ਤੇ ਜਿਹੜਾ ਇਹਨੂੰ ਸਟੈਨਲੀ ਪਾਰਕ ਤੇ ਇੰਗਲਿਸ਼ ਬੇ ਜਿਹੜਾ ਬੀਚ ਕਹਿੰਦੇ ਆ ਉਹ ਇਹਦੇ ਨੇੜੇ ਹੀ ਦੱਸਿਆ ਜਾ ਰਿਹਾ। ਸੋ ਜੇ $3,00,000 ਦਾ ਵੀ ਘਰ ਤੁਸੀਂ ਕੈਨੇਡਾ ਦੇ ਵਿੱਚ ਲੈਣਾ ਚਾਹੁੰਦੇ ਹੋ ਮਿਲ ਸਕਦਾ। ਇਲਾਕੇ ਦੇ ਹਿਸਾਬ ਨਾਲ ਉਹਦਾ ਸਾਈਜ਼ ਛੋਟਾ ਹੋ ਸਕਦਾ, ਉਹ ਪੁਰਾਣਾ ਹੋ ਸਕਦਾ, ਉਹਦੇ ਬੈਡਰੂਮ ਘੱਟ ਹੋ ਸਕਦੇ ਆ, ਇਲਾਕੇ ਕਿਹੜੇ 'ਚ ਲੈ ਰਹੇ ਹੋ ਉੱਥੇ ਹੋ ਸਕਦਾ, ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਅਵੇਲੇਬਲ ਹੈਗੇ ਆ। ਚੋਇਸ ਬੰਦੇ ਦੇ ਕੋਲ ਆ ਕਿ ਉਹਨੇ ਕਿਹੜੇ ਇਲਾਕੇ ਦੇ ਵਿੱਚ ਲੈਣਾ, ਉਧਰ ਕੁਬੈਕ ਵਾਲੇ ਪਾਸੇ ਲੈਣਾ, ਮੈਨੀਟੋਬਾ ਦੇ ਵਿੱਚ ਲੈਣਾ, ਐਡਮਿੰਟਨ ਦੇ ਵਿੱਚ ਲੈਣਾ, ਇੱਥੇ BC ਦੇ ਵਿੱਚ ਆਉਣਾ, ਜਾਂ ਕਿੱਧਰਲੇ ਪਾਸੇ ਉਹ ਜਾਣਾ ਚਾਹੁੰਦੇ ਆ। ਇੱਕ ਖਬਰ ਹੋਰ ਜਿਹੜੀ ਕਾਫੀ ਚਰਚਾ ਦੇ ਵਿੱਚ ਆ, ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਦੇ ਵਿੱਚ ਇੱਕ ਫੈਸਲਾ ਲਿਆ ਗਿਆ, ਤੇ ਉਹ ਜਿਹੜੀ ਲੋਅਰ ਕੋਰਟ ਨੇ ਜਿਹੜਾ ਫੈਸਲਾ ਲਿਆ ਸੀ, ਉਹਨਾਂ ਨੇ ਉਸ ਫੈਸਲੇ ਨੂੰ ਉਸੇ ਤਰ੍ਹਾਂ ਜਿਹੜਾ ਉੱਥੇ ਮਤਲਬ ਉਹਦੇ ਫੈਸਲੇ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ। ਮਾਮਲਾ ਕੀ ਸੀ? ਸਕੂਲਾਂ ਦੇ ਵਿੱਚ ਫਰੀडम ਆ, ਇੱਥੇ ਸਾਰੇ ਸਕੂਲਸ ਦੇ ਵਿੱਚ ਤੁਸੀਂ ਸਾਰੇ ਜਾਣਦੇ ਆ, ਔਰ ਕਿਸੇ ਦੇ ਉੱਤੇ ਵੀ ਕੋਈ ਧਾਰਮਿਕ ਚੀਜ਼ ਥੋਪੀ ਨਹੀਂ ਜਾਂਦੀ। ਮਤਲਬ ਉਹਨੂੰ ਰਿਲੀਜੀਅਸਲੀ ਕੋਈ ਚੀਜ਼ ਕਿਸੇ ਬੱਚੇ ਦੇ ਉੱਤੇ ਥੋਪੀ ਨਹੀਂ ਜਾ ਸਕਦੀ, ਭਾਵੇਂ ਉਹ ਕਿਸੇ ਧਰਮ ਦੀ ਵੀ ਹੋਵੇ। ਕੁਝ ਥਾਵਾਂ ਦੇ ਉੱਤੇ ਤਾਂ ਸੈਕੂਲਰਿਜ਼ਮ ਇਸ ਹੱਦ ਤੱਕ ਚਲਿਆ ਜਾਂਦਾ, ਜਿਵੇਂ ਕੈਨੇਡਾ ਦਾ ਜਿਹੜਾ ਪ੍ਰੋਵਿੰਸ ਆ ਉਧਰਲੇ ਪਾਸੇ ਜਿਹੜਾ
ਕੁਬੈਕ ਆ, ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਬੈਨ ਕੀਤੀ ਆ ਵੀ ਕੋਈ ਟੀਚਰ ਰਿਲੀਜੀਅਸ ਸਿੰਬਲ ਪਾ ਕੇ ਨਹੀਂ ਆ ਸਕਦਾ, ਵੀ ਨਾ ਤੇ ਉਹ ਕ੍ਰਾਸ ਪਾ ਸਕਦਾ, ਨਾ ਪੱਗ ਬੰਨ੍ਹ ਕੇ ਕਲਾਸ ਦੇ ਵਿੱਚ ਆ ਸਕਦਾ, ਨਾ ਕੋਈ ਕੁਛ ਜੱਜ ਟੀਚਰ ਇੱਦਾਂ ਦੀਆਂ ਕੁਛ ਜੌਬਸ ਨੇ ਉਹਨਾਂ ਦੇ ਉੱਤੇ ਉਹ ਕਹਿੰਦੇ ਰਿਲੀਜੀਅਸ ਸਿੰਬਲ ਪਾ ਕੇ ਤੁਸੀਂ ਨਾ ਉਹ ਜਿਹੜਾ ਹਿਜਾਬ ਪਾ ਕੇ ਜਾਂ ਕੁਛ ਕਰਕੇ ਤੁਸੀਂ ਨਹੀਂ ਆ ਸਕਦੇ। ਲੋਕ ਬਹੁਤ ਸੁਚੇਤ ਹੁੰਦੇ ਆ ਇਸ ਤਰੀਕੇ ਦੇ ਲਈ ਕਿ ਸਾਡੇ ਉੱਤੇ ਕੋਈ ਹੋਰ ਧਰਮ ਨਾ ਥੋਪਿਆ ਜਾਵੇ। BC ਦੀ ਕੋਰਟ ਦੇ ਵਿੱਚ ਇਹ ਕੇਸ ਆਇਆ ਕਿ ਇੱਕ ਸਕੂਲ ਦੇ ਵਿੱਚ ਜਿਹੜੇ ਇੰਡੀਜੀਨੀਅਸ ਲੋਕ ਨੇ ਇੱਥੋਂ ਦੇ, ਕਿ ਉਹਨਾਂ ਦੀਆਂ ਧਾਰਮਿਕ ਰਹੁ ਰੀਤਾਂ ਨੂੰ ਸਾਡੇ ਬੱਚਿਆਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਉੱਤੇ ਇੱਕ ਤਰੀਕੇ ਦੇ ਨਾਲ ਥੋਪਿਆ ਜਾ ਰਿਹਾ ਕਿ ਜਿਹੜੇ ਇੰਡੀਜੀਨੀਅਸ ਸਪਿਰਿਚੁਅਲ ਪ੍ਰੈਕਟਿਸਿਸ ਆ ਉਹਨਾਂ ਨੂੰ ਸਾਡੇ ਬੱਚਿਆਂ ਦੇ ਉੱਤੇ ਜਾਣਬੁੱਝ ਕੇ ਥੋਪਿਆ ਜਾ ਰਿਹਾ, ਜਦੋਂ ਕਿ ਸਾਡਾ ਉਹਨਾਂ ਦੇ ਵਿੱਚ ਯਕੀਨ ਹੀ ਕੋਈ ਨਹੀਂ। ਹੁਣ ਇਹ ਅਪੀਲ ਕੀਤੀ ਸੀਗੀ ਤੇ ਇਸ ਅਪੀਲ ਨੂੰ BC ਦੀ ਇੱਕ ਮਦਰ ਨੇ ਅਪੀਲ ਕੀਤੀ ਸੀ ਤੇ ਜਿਹੜੀ ਤੇ ਸਕੂਲ ਨੂੰ ਇਹ ਵੀ ਕਿਹਾ ਸੀ, ਉਹਨੇ ਅਪੀਲ ਕੀਤੀ ਸੀ ਤੇ ਉਸ ਅਪੀਲ ਨੂੰ ਕੋਰਟ ਨੇ ਖਾਰਜ ਕਰ ਦਿੱਤਾ। ਖਾਰਜ ਕਰਨ ਦੇ ਨਾਲ ਉਹਨੂੰ ਇਹ ਵੀ ਕਿਹਾ ਕਿ ਜਿਹੜੀ ਲੀਗਲ ਕਾਸਟ ਆਈ ਹੈ ਇਸ ਸਕੂਲ ਡਿਸਟ੍ਰਿਕਟ ਦੀ ਉਹ ਵੀ ਤੁਸੀਂ ਪੇ ਕਰੋ, ਕਿਉਂਕਿ ਤੁਸੀਂ ਇਹ ਅਪੀਲ ਕੀਤੀ ਸੀ। ਕੇਸ ਜਿਹੜਾ ਇਹ ਹੁਣ ਜੇ ਨਹੀਂ ਰੁਕਦਾ ਇੱਥੇ ਤੇ ਉਹ ਔਰਤ ਅੱਗੇ ਸੁਪਰੀਮ ਕੋਰਟ ਦੇ ਵਿੱਚ ਜਾਊਗੀ ਇਸੇ ਕੇਸ ਨੂੰ ਲੈ ਕੇ। ਫਿਰ ਦੇਖਣਾ ਹੋਊਗਾ ਕਿ ਸੁਪਰੀਮ ਕੋਰਟ ਇਹਦੇ ਉੱਤੇ ਕੀ ਫੈਸਲਾ ਕਰਦੀ ਹੈ। ਕੈਂਡਿਸ ਸਰਵੈਟੀਅਸ ਇਹਦਾ ਨਾਂ ਆ ਔਰਤ ਦਾ, ਪੋਰਟ ਲਵਰਨੀ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਆ, ਉੱਥੇ ਦੀ ਰਹਿਣ ਵਾਲੀ ਆ। ਇਹਨੇ ਜਿਹੜਾ ਲੋਕਲ ਸਕੂਲ ਡਿਸਟ੍ਰਿਕਟ ਆ ਉਹਨੂੰ ਕੋਰਟ ਦੇ ਵਿੱਚ ਲੈ ਗਈ। 2015 ਦੀ ਗੱਲ ਆ, ਜਦੋਂ ਦੋ ਬੱਚੇ ਜਿਹੜੇ ਉਹ ਸਕੂਲ ਦੇ ਵਿੱਚ ਪੜ੍ਹਦੇ ਸੀ ਦੇ ਦੋ ਬੱਚੇ, ਉਹਨਾਂ ਨੂੰ ਜਿਹੜੇ ਟ੍ਰੈਡੀਸ਼ਨਲ ਇੰਡੀਜੀਨੀਅਸ ਰਿਚੁਅਲਸ ਨੇ ਉਹਨਾਂ ਨੂੰ ਇਹ ਦਿਖਾਏ ਗਏ ਫਸਟ ਨੇਸ਼ਨ ਦੇ ਜਿਹੜੇ ਉਹ ਲੋਕ ਨੇ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਇੱਥੋਂ ਦੇ ਲੋਕ ਨੇ, ਉਹਨਾਂ ਦੇ ਕੁਛ ਆਪਣੇ ਰੀਤੀ ਰਿਵਾਜ ਨੇ ਕਿ ਉਹ ਧੂਫ ਵਾਂਗੂ ਕੁਛ ਪਾ ਕੇ ਕਰਦੇ ਆ, ਕੁਛ ਉਹਨਾਂ ਦੇ ਡਾਂਸਸ ਨੇ, ਨਾਚ ਨੇ, ਜਿੱਦਾਂ ਉਹ ਆਦੀਵਾਸੀ ਜਿਹੜੇ ਮੂਲ ਨਿਵਾਸੀ ਮਾਫੀ ਚਾਹੁੰਦਾ ਕਰਦੇ ਹੁੰਦੇ ਸੀਗੇ ਪਹਿਲੇ ਵੇਲਿਆਂ ਦੇ ਵਿੱਚ, ਉਹ ਆਪਣੀਆਂ ਰਿਚੁਅਲਸ ਨੂੰ ਉਸੇ ਤਰ੍ਹਾਂ ਲੈ ਕੇ ਆਉਂਦੇ ਆ। ਅਤੇ ਉਹਨਾਂ ਉਹ ਅੱਗ ਲਾ ਕੇ ਉਹਦੇ ਵਿੱਚ ਧੂਆਂ ਜਿਹਾ, ਅਤੇ ਉਹ ਕਹਿੰਦੇ ਆ ਵੀ ਇਹਦੇ ਨਾਲ ਅਸੀਂ ਜਿਹੜੀ ਹਵਾ ਆ ਇਹਨੂੰ ਸਾਫ਼ ਕਰਦੇ ਹਾਂ। ਅਤੇ ਉਹਦੇ ਤੋਂ ਬਾਅਦ ਪਹਿਲਾਂ ਇਹ ਕੀਤਾ, ਉਹ ਕਹਿੰਦੇ ਕੁਛ ਮਹੀਨੇ ਬਾਅਦ ਹੀ ਸਕੂਲ ਦੇ ਵਿੱਚ ਇੱਕ ਡਾਂਸ ਦੀ ਪਰਫੋਰਮੈਂਸ ਕੀਤੀ ਗਈ, ਇੰਡੀਜੀਨੀਅਸ ਹੂਪ ਡਾਂਸ ਉਹਨੂੰ ਕਹਿੰਦੇ ਆ। ਅਤੇ ਉਹਦੇ ਨਾਲ ਫਿਰ ਉਹ ਪ੍ਰੇਅਰ ਕੋਈ ਆਪਣੀ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਧਾਰਮਿਕ ਅਕੀਦਾ ਹੋਊਗਾ ਉਹਦੇ ਹਿਸਾਬ ਨਾਲ ਉਹ ਮਤਲਬ ਉਪਾਸਨਾ ਕਰਦੇ ਆ, ਅਤੇ ਉਹ ਉਹਨਾਂ ਨੇ ਕੀਤੀ। ਇਹ ਔਰਤ ਕਹਿੰਦੀ ਮੈਨੂੰ ਇਤਰਾਜ਼ ਆ ਕਿ ਮੈਂ ਇਸ ਕੰਮ 'ਚ ਯਕੀਨ ਨਹੀਂ ਕਰਦੀ, ਮੇਰੇ ਬੱਚਿਆਂ ਦੇ ਸਾਹਮਣੇ ਸਕੂਲ ਦੇ ਵਿੱਚ ਕਿਉਂ ਕੀਤਾ ਗਿਆ। ਇਸ ਗੱਲ ਦੇ ਉੱਤੇ ਲਾਸੂਟ ਨੇ ਜਿਹੜਾ ਫਾਈਲ ਕੀਤਾ ਕਿ ਮੇਰੇ ਬੱਚਿਆਂ ਨੂੰ ਕੰਪੈਲ ਕੀਤਾ ਗਿਆ ਇਹਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ ਅਤੇ ਇਹ ਸਾਰਾ ਕੁਛ ਦੇਖਣ ਦੇ ਲਈ, ਅਤੇ ਜਿਹੜਾ ਕਿ ਉਹ ਕਹਿੰਦੇ ਮੈਂ ਨਹੀਂ ਚਾਹੁੰਦੀ। ਇੱਕ ਤਰੀਕੇ ਦੇ ਨਾਲ ਇਹ ਕੇਸ ਕੰਸਟੀਟਿਊਸ਼ਨਲ ਚੈਲੰਜ ਸੀ ਡਿਸਟ੍ਰਿਕਟ ਦੇ ਵਿੱਚ, ਅਤੇ ਵੀ ਤੁਸੀਂ ਜਿਹੜਾ ਸਾਡਾ ਚਾਰਟਰ ਰਾਈਟ ਆ ਉਹਨਾਂ ਨੂੰ ਤੁਸੀਂ ਜਾਂ ਫਰੀਡਮ ਆਫ ਜਿਹੜਾ ਸਾਡੀ ਫਰੀਡਮ ਆਫ ਰਿਲੀਜਨ ਆ ਉਹਨੂੰ ਤੁਸੀਂ ਸਿੱਧਾ ਚੈਲੰਜ ਕੀਤਾ। ਇਹਨੂੰ ਇਹ ਵੀ ਦੋਸ਼ ਉਹਨਾਂ ਨੇ ਲਾਇਆ ਡਿਸਟ੍ਰਿਕਟ ਦੇ ਉੱਤੇ ਕਿ BC ਦੇ ਸਕੂਲ ਐਕਟ ਉਹਨਾਂ ਨੇ ਵਾਇਓਲੇਟ ਕੀਤਾ ਆ, ਜਿਹੜਾ ਦੱਸਦਾ ਆ ਕਿ ਜਿਹੜੇ ਸਕੂਲ ਆ ਇਹਨਾਂ ਨੂੰ ਸਟ੍ਰਿਕਟਲੀ ਸੈਕੂਲਰ ਰਹਿਣਾ ਪੈਂਦਾ, ਧਰਮ ਨਿਰਪੱਖ ਰਹਿਣਾ ਪੈਂਦਾ। ਅਤੇ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਇਹ ਜੋ ਕੁਛ ਕੀਤਾ ਗਿਆ ਇਹ ਧਾਰਮਿਕ ਰਹੁ ਰੀਤਾਂ ਨੇ ਅਤੇ ਸਾਡੇ ਬੱਚਿਆਂ ਦੇ ਸਾਹਮਣੇ ਨਹੀਂ ਕਰਨਾ ਚਾਹੀਦਾ। 2016 ਦੇ ਵਿੱਚ ਫਿਰ ਜਸਟਿਸ ਸੈਂਟਰ ਫॉर ਕੌਨਸਟੀਟਿਊਸ਼ਨਲ ਫਰੀਡਮਸ ਨੇ ਇੱਕ ਸਿਵਲ ਲਿਬਰਟੀ ਨਾਨ ਪ੍ਰੋਫਿਟ ਹੈਗੀ ਆ, ਉਹਨਾਂ ਦੇ ਪਿੱਛੇ ਜੇ ਬਹੁਤ ਉਹ ਫੇਮਸ ਹੋਇਆ ਕੁਛ ਮਾਮਲਿਆਂ ਦੇ ਵਿੱਚ, ਫਰੀਡਮ ਕੌਨਵਾਏ ਵਾਲੇ ਦੇ ਵਿੱਚ। ਉਹ ਕਹਿੰਦੇ ਜਿਹੜੇ ਰਿਚੁਅਲਸ ਨੇ ਇਹ ਇਸ ਤਰ੍ਹਾਂ ਦੇ ਇਹ ਕਲਚਰਲ ਵੀ ਹੋ ਸਕਦੇ ਆ, ਅਤੇ ਮਤਲਬ ਇਹ ਕਿਸੇ ਦੀ ਰਿਲੀਜੀਅਸ ਫਰੀਡਮ ਨੂੰ ਵਾਇਓਲੇਟ ਨਹੀਂ ਕਰਦੇ। ਜਿਹੜੀ ਸੁਪਰੀਮ ਕੋਰਟ ਆਫ ਕੈਨੇਡਾ ਆ ਉਹਨਾਂ ਨੇ ਸਟੇਟਮੈਂਟ ਇਸ ਮਾਮਲੇ ਦੇ ਉੱਤੇ ਇਹ ਦਿੱਤੀ ਸੀ, ਅਤੇ ਹੁਣ ਇਸੇ ਮਾਮਲੇ ਦੇ ਵਿੱਚ ਜਾ ਕੇ ਇਸ ਕੋਰਟ ਨੇ ਕਹਿ ਦਿੱਤਾ ਕਿ ਅਸੀਂ ਇਹਨੂੰ ਨਹੀਂ ਮੰਨਦੇ ਕਿ ਕਿਸੇ ਵਿਅਕਤੀ ਦੇ ਉੱਤੇ ਇਹ ਧਾਰਮਿਕ ਰਹੁ ਰੀਤਾਂ ਜਿਹੜੀਆਂ ਲਾਈਆਂ ਗਈਆਂ ਉਹ ਕਹਿੰਦੇ ਅਸੀਂ ਇਹਦੇ ਨਾਲ ਡਿਸਐਗਰੀ ਕਰਦੇ ਹਾਂ, ਅਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਉਹਨਾਂ ਦੇ ਕਲਚਰ ਦਾ ਹਿੱਸਾ ਆ, ਨਾ ਹੀ ਅਸੀਂ ਉਹਨਾਂ ਇੰਡੀਜੀਨਸ ਲੋਕਾਂ ਦੇ ਨਾਲ ਕੋਈ ਫੇਵਰਟਿਜ਼ਮ ਕੀਤਾ ਆ। ਜਿਹੜਾ ਹੂਪ ਡਾਂਸ ਆ ਉਹ ਵੀ ਕਹਿੰਦੇ ਉਹਨੇ ਕਿ ਇੱਕ ਜਿਹੜਾ ਇਹ ਹੂਪ ਡਾਂਸ ਨੂੰ ਦਿਖਾਉਣਾ ਕਿਸੇ ਦੇ ਉੱਤੇ ਰਿਲੀਜੀਅਸ ਬਿਲੀਫ ਥੋਪਣਾ ਨਹੀਂ ਆ, ਕਿ ਹਮੇਸ਼ਾ ਜਿਹੜਾ ਇੱਕ ਉਹ ਕਹਿੰਦੇ ਇੱਕ ਬਹੁਤ ਬਰਾਈਟ ਲਾਈਨ ਨਹੀਂ ਖਿੱਚੀ ਜਾ ਸਕਦੀ ਕਿ ਰਿਲੀਜਨ ਜਾਂ ਟ੍ਰੈਡੀਸ਼ਨ ਜਿਹੜੀ ਹੈਗੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਅਲੱਗ ਕਰਕੇ ਦੇਖਿਆ ਜਾ ਸਕਦਾ। ਕੈਨੇਡਾ ਦੇ ਇਤਿਹਾਸ ਦਾ ਇੱਕ ਹਿੱਸਾ ਇੰਡੀਜੀਨੀਅਸ ਲੋਕ ਰਹੇ ਆ, ਅਤੇ ਉਹਨਾਂ ਦੇ ਕਿਸੇ ਡਾਂਸ ਦੀ ਪਰਫੋਰਮੈਂਸ ਜਾਂ ਉਹਨਾਂ ਦੁਆਰਾ ਕੀਤਾ ਗਿਆ ਕੋਈ ਰਸਮ ਰਿਵਾਜ ਰਿਚੁਅਲ ਕਿਸੇ ਵੀ ਤਰੀਕੇ ਦੇ ਨਾਲ ਦੂਜੇ ਵਿਅਕਤੀ ਦੇ ਧਰਮ ਦੇ ਉੱਤੇ ਉਹਨੂੰ ਥੋਪਣਾ ਨਹੀਂ ਹੋ ਸਕਦਾ, ਇਹ ਕੋਰਟ ਨੇ ਕਿਹਾ ਆ। ਔਰ ਇਹ ਵੀ ਆ ਕਿ ਬਹੁਤ ਸਾਰੇ ਬੱਚੇ ਇੱਥੇ ਜਦੋਂ
ਆਉਂਦੇ ਆ ਤੇ ਇਹ ਜਿਹੜਾ ਅਲਬਰਨੀ ਜਿਹੜਾ ਪੋਰਟ ਅਲਬਰਨੀ ਦਾ ਸਕੂਲ ਆ, ਜਿਹੜਾ ਅਲਬਰਨੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵੀ ਨੇੜੇ ਹੀ ਆ ਜਿੱਥੇ ਫਸਟ ਨੇਸ਼ਨ ਚਿਲਡਰਨਸ ਗਏ ਸੀਗੇ, ਜਿਹੜੇ ਫਸਟ ਨੇਸ਼ਨ ਚਿਲਡਰਨ ਗਏ ਸੀ ਤੇ ਉਹ ਉੱਥੇ ਜਿਹੜੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਉਹ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਤਰੀਕੇ ਨਾਲ ਜੈਨੋਸਾਈਡ ਕੀਤਾ ਗਿਆ। ਸੋ ਇਸ ਮਾਮਲੇ ਦੇ ਉੱਤੇ ਕੋਰਟ ਨੇ ਲੋਅਰ ਕੋਰਟ ਦੇ ਡਿਸੀਜਨ ਨੂੰ ਉਸੇ ਤਰ੍ਹਾਂ ਰੱਖਿਆ ਹੈ ਤੇ ਇਹਨਾਂ ਮੂਲ ਨਿਵਾਸੀਆਂ ਦੇ ਇਹਨਾਂ ਡਾਂਸਰਸ ਤੇ ਇਹਨਾਂ ਰਸਮ ਰਿਵਾਜਾਂ ਨੂੰ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਦੂਜੇ ਬੱਚਿਆਂ ਦੇ ਉੱਤੇ ਕਿਸੇ ਕਿਸਮ ਦਾ ਧਾਰਮਿਕ ਜਿਹੜੀ ਥਾਪਣਾ ਉਹਨੂੰ ਜਾਂ ਥੋਪਿਆ ਜਾਣਾ ਉਹਦੇ ਤੋਂ ਇਸ ਗੱਲ ਦੀ ਜਿਹੜੀ ਆ ਇਨਕਾਰ ਕੀਤਾ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਉੱਤੇ ਕਈ ਕਿਸਮ ਦੇ ਇਸ ਵੇਲੇ ਜਿਹੜੇ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਗੱਲ ਦੀ ਕੁਝ ਲੋਕ ਆਲੋਚਨਾ ਕਰ ਰਹੇ ਆ ਵੀ ਇਹਨਾਂ ਨੇ ਇਕੋਨਮੀ ਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਡੈਮੇਜ ਕਰ ਦਿੱਤਾ। ਕਦੇ ਲੋਕ ਕਹਿੰਦੇ ਸੀ ਕਿ ਇਹਨਾਂ ਨੇ ਬਹੁਤ ਸਾਰੇ ਪੈਸੇ ਵੰਡ ਦਿੱਤੇ, ਕੋਵਿਡ ਦੇ ਵੇਲੇ ਖਿਆਲ ਨਹੀਂ ਰੱਖਿਆ, ਜਿਹਨੂੰ ਨਹੀਂ ਮਿਲਣੇ ਉਹਨੂੰ ਵੀ ਮਿਲ ਦਿੱਤੇ, ਉਸ ਵੇਲੇ ਲੋਕ ਖੁਸ਼ ਹੋ ਰਹੇ ਸੀ। ਤੇ ਹੁਣ ਕਿਉਂਕਿ ਕਈ ਸੰਕਟ ਦੇਸ਼ ਦੇ ਉੱਤੇ ਆਏ ਆ, ਇਸ ਵੇਲੇ ਪੈਂਡੈਮਿਕ ਤੋਂ ਬਾਹਰ ਆਇਆ ਦੇਸ਼, ਉੱਧਰ ਜਿਹੜਾ ਰੂਸ ਯੂਕਰੇਨ ਦਾ ਕਨਫਲਿਕਟ ਆ ਉਹਦਾ ਅਸਰ ਇੱਧਰ ਹੋਇਆ, ਚੀਨ ਦਾ ਅਮਰੀਕਾ ਨਾਲ ਰੌਲਾ ਉਹਦਾ ਅਸਰ ਕੈਨੇਡਾ ਦੇ ਉੱਤੇ ਹੋਇਆ, ਫਰੀਡਮ ਕੌਨਵੋਏ ਆ ਗਿਆ ਵਿੱਚ, ਉਹ ਇਕੱਠੇ ਹੋ ਕੇ ਉੱਥੇ ਆਟੋਵਾ ਦੇ ਚਲੇ ਗਏ। ਬਹੁਤ ਵੱਡੇ ਚੈਲੰਜਸ ਦੇਸ਼ ਨੂੰ ਆਏ ਆ। ਇਸ ਚੈਲੰਜਸ ਦੇ ਵਿੱਚ ਸਾਰਾ ਸਿਸਟਮ ਥੋੜ੍ਹਾ ਜਿਹਾ ਅਸਤ ਵਿਅਸਤ ਹੋ ਚੁੱਕਾ ਆ, ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਚਾਹੇ ਕਿਸੇ ਨੇ ਪਾਸਪੋਰਟ ਬਣਾਉਣਾ, ਉਹਦੇ 'ਚ ਕਿੰਨੇ ਮਹੀਨੇ ਦੀ ਦੇਰੀ ਸੀ, ਕਿਸੇ ਨੂੰ ਡਾਕਟਰ ਨਹੀਂ ਮਿਲ ਰਿਹਾ, ਦੂਜੇ ਪਾਸੇ ਇਸ ਵੇਲੇ ਇੰਟਰਸਟ ਰੇਟ ਇੰਨੇ ਵੱਧ ਰਿਹਾ, ਇਹ ਸਾਰਾ ਕੁਛ ਜਿਹੜਾ ਲਾ ਪਾ ਕੇ ਇਲਜ਼ਾਮ ਸਿੱਧਾ ਜਸਟਿਨ ਟਰੂਡੋ ਦੇ ਸਿਰ 'ਤੇ ਆ ਰਿਹਾ। ਲੋਕ ਆਮ ਤੌਰ 'ਤੇ ਕਹਿੰਦੇ ਕਿ ਇਹਦੇ ਲਈ ਉਹ ਜ਼ਿੰਮੇਵਾਰ ਲੱਗਦੇ। ਅਤੇ ਇਹੀ ਗੱਲਬਾਤ ਜਿਹੜੇ ਸਾਡੇ ਵਿਰੋਧੀ ਪਾਰਟੀ ਦੇ ਆਗੂ ਨੇ ਪੀਅਰ ਪੋਲੀਏਵ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਸੀ ਕਿ ਮੈਨੂੰ ਇੱਦਾਂ ਲੱਗਦਾ ਕਿ ਕੈਨੇਡਾ ਸਾਰਾ ਟੁੱਟ ਚੁੱਕਿਆ। ਵੀ ਇਹ ਉਹਨਾਂ ਦੀ ਸਟੇਟਮੈਂਟ ਦਾ ਫਿਰ ਉਹਦੇ ਤੋਂ ਬਾਅਦ ਜਿਹੜਾ ਮਤਲਬ ਵਿਰੋਧ ਵੀ ਬਹੁਤ ਹੋਇਆ ਸੀ। ਜਿਹੜੇ ਉਹਨਾਂ ਨੇ ਵੈਨਕੂਵਰ ਦੇ ਵਿੱਚ ਆਪਣੀ ਇਹ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨਵੰਬਰ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਕਿ ਇਟ ਫੀਲਸ ਲਾਈਕ ਐਵਰੀਥਿੰਗ ਇਜ਼ ਬ੍ਰੋਕਨ ਇਨ ਦਿਸ ਕੰਟਰੀ ਰਾਈਟ ਨਾਓ। ਹੁਣ ਜਿਹੜਾ ਉਹਨਾਂ ਦਾ ਇਹ ਕਹਿਣਾ ਸੀ ਕਿ ਇਟ ਫੀਲਸ ਲਾਈਕ ਐਵਰੀਥਿੰਗ ਇਜ਼ ਬ੍ਰੋਕਨ ਇਨ ਦਿਸ ਕੰਟਰੀ ਰਾਈਟ ਨਾਓ, ਇਹਦੇ ਉੱਤੇ ਫਿਰ ਜਸਟਿਨ ਟਰੂਡੋ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਉਹ ਕਹਿੰਦੇ ਵੀ ਇੱਥੇ ਕੁਝ ਵੀ ਨਹੀਂ ਟੁੱਟਿਆ, ਸਾਰਾ ਕੁਝ ਉਸੇ ਤਰ੍ਹਾਂ ਦਾ ਆ। ਅਸੀਂ ਉਸੇ ਤਰ੍ਹਾਂ ਜਿਹੜੇ ਕੈਨੇਡਾ ਜਿਹੜਾ ਉਸੇ ਤਰ੍ਹਾਂ ਖੜਾ ਆ, ਇਹਨੂੰ ਇਸ ਤਰ੍ਹਾਂ ਨਹੀਂ ਕਿਹਾ ਜਾਣਾ ਚਾਹੀਦਾ। ਜਿਹੜੇ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਕੈਨੇਡਾ ਇਜ਼ ਨਾਟ ਬ੍ਰੋਕਨ, ਇਹ ਟੁੱਟਿਆ ਨਹੀਂ ਆ। ਜਿਹੜੇ ਲਿਬਰਲ ਪਾਰਟੀ ਦੇ ਬਹੁਤ ਸਾਰੇ ਮੈਂਬਰ ਸੀ, ਪਹਿਲੀ ਇਨ ਪਰਸਨ ਜਿਹੜੀ ਨੈਸ਼ਨਲ ਕ੍ਰਿਸਮਸ ਪਾਰਟੀ ਸੀ ਪ੍ਰੀ ਪੈਂਡੈਮਿਕ ਟਾਈਮਸ ਤੋਂ ਬਾਅਦ ਪਹਿਲੀ ਵਾਰੀ ਹੋਈ ਆ, ਅਤੇ ਉਹ ਕਹਿੰਦੇ ਵੀ ਇਹਨਾਂ ਨੇ ਸਾਡੀ ਪੀਅਰ ਪੋਲੀਏਵ ਨੇ ਜਿਹੜੀ ਸਾਡੀ ਡੈਮੋਕ੍ਰੇਸੀ ਆ ਇਹਨੂੰ ਅੰਡਰਮਾਈਨ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਜਿਹੜੀਆਂ ਬਹੁਤ ਸਾਰੀਆਂ ਕੌਂਸਪੀਰੇਸੀ ਥਿਊਰੀਜ਼ ਆ ਉਹਨਾਂ ਨੂੰ ਐਂਪਲੀਫਾਈ ਕਰ ਰਿਹਾ, ਵਧਾ ਚੜ੍ਹਾ ਕੇ ਦੱਸ ਰਹੇ ਆ। ਉਹ ਕਹਿੰਦੇ ਇਹ ਜਿਹੜੇ ਪੱਤਰਕਾਰਾਂ ਦੇ ਵੱਡੇ ਸਵਾਲਾਂ ਤੋਂ ਭੱਜ ਸਕਦੇ ਆ, ਟਫ ਕੁਐਸਚਨਸ ਤੋਂ ਪਰੇ ਜਾ ਸਕਦੇ ਆ, ਪਰ ਕੈਨੇਡਾ ਬ੍ਰੋਕਨ ਨਹੀਂ ਆ, ਕੈਨੇਡਾ ਬਿਲਕੁਲ ਉਸੇ ਤਰ੍ਹਾਂ ਦਾ ਖੜਾ ਹੈ। ਇਹ ਵੀ ਉਹਨਾਂ ਨੇ ਮੰਨਿਆ ਕਿ ਸਾਡੇ ਉੱਤੇ ਸੰਕਟ ਇਸ ਵੇਲੇ ਬਹੁਤ ਆਏ ਆ, ਜਿਹੜੇ ਮਤਲਬ ਵਰਕਫੋਰਸ ਦੇ ਵਿੱਚੋਂ ਲੋਕ ਬਾਹਰ ਨਿਕਲ ਗਏ ਸੀ, ਦੁਬਾਰਾ ਆ ਰਹੇ ਆ, ਸਾਰਾ ਕੁਛ ਦੁਬਾਰਾ ਹੋ ਰਿਹਾ, ਕੋਈ ਦਵਾਈਆਂ ਦੀ ਸ਼ਾਰਟੇਜ ਚੱਲ ਰਹੀ ਆ, ਕੌਨਵੋਏ ਸੀਗਾ, ਪਹਿਲਾਂ ਕੋਵਿਡ ਸੀਗਾ, ਇਸ ਵੇਲੇ ਰਿਸੈਸ਼ਨ ਦੀ ਗੱਲਬਾਤ ਚੱਲ ਰਹੀ ਹੈ। ਅਤੇ ਉਹਦੇ ਵਿੱਚ ਇਹਨਾਂ ਨੇ ਜਿਹੜੀ 20 ਮਿੰਟ ਦੀ ਸਪੀਚ ਦਿੱਤੀ ਆ, ਉਹਦੇ ਵਿੱਚ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਕਿਸਮ ਦੇ ਕਿਸੇ ਵੀ ਗੱਲ ਦੇ ਵਿੱਚ ਨਹੀਂ ਆ, ਅਤੇ ਅਸੀਂ ਜਿਹੜੀ ਗਲੋਬਲ ਇਨਫਲੇਸ਼ਨ ਆ, ਕਿ ਜੇ ਮਹਿੰਗਾਈ ਇੱਥੇ ਆ ਤਾਂ ਅਮਰੀਕਾ 'ਚ ਵੀ ਆ, ਇੰਗਲੈਂਡ 'ਚ ਵੀ ਆ, ਸਾਰੇ ਥਾਵਾਂ ਦੇ ਉੱਤੇ ਹੋ ਰਹੀ ਆ। ਜੋ ਬਹੁਤ ਕੁਛ ਜਿਹੜਾ ਵਿੰਟਰ ਦੇ ਵਿੱਚ ਫਰੀਡਮ ਕੌਨਵੋਏ ਸੀਗਾ ਪਿਛਲੇ ਸਾਲ ਦੇ ਵਿੱਚ, ਉਹਨੇ ਜਿੰਨੀ ਇਸ ਪਿਛਲੀਆਂ ਸਰਦੀਆਂ ਦੇ ਵਿੱਚ ਜਿਹੜੀ ਉਹਨੇ ਸਾਡੇ ਨਾਲ ਜਿਹੜੇ ਚੈਲੰਜਸ ਸੀਗੇ, ਕਿ ਕੈਨੇਡਾ ਬਿਲਕੁਲ ਵੀ ਟੁੱਟਿਆ ਨਹੀਂ ਆ। ਔਰ ਜਿਹੜੀ ਮਿਸੀਸਾਗਾ ਲੇਕ ਸ਼ੋਰ ਵਾਲੀ ਫੈਡਰਲ ਬਾਈ ਇਲੈਕਸ਼ਨ ਸੀਗੀ, ਇਹਨਾਂ ਨੇ ਫੈਡਰਲ ਨੇ ਜਿੱਤੀ ਆ। ਇਸ ਗੱਲਬਾਤ ਦਾ ਵੀ ਇਹ ਇੱਕ ਜਿਹੜੀ ਸਿੱਧੀ ਗੱਲਬਾਤ ਆ ਕਿ ਲੋਕ ਇਹਨਾਂ ਦੇ ਹੱਕ ਵਿੱਚ ਹੈਗੇ ਆ ਅਜੇ ਵੀ ਫੈਡਰਲ ਦੇ। ਅਤੇ ਪੀਅਰ ਪੋਲੀਏਵ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਕਰਕੇ ਵੀ ਚਰਚਾ ਰਹੇ ਕਿ ਇਹ ਮਿਸੀਸਾਗਾ ਲੇਕ ਸ਼ੋਰ ਵਾਲੀ ਇਲੈਕਸ਼ਨ ਦੇ ਉੱਤੇ ਆਪ ਇਹਨਾਂ ਨੇ ਜਾ ਕੇ ਕੰਪੇਨਿੰਗ ਕਿਉਂ ਨਹੀਂ ਕੀਤੀ, ਕਿਉਂਕਿ ਡਰ ਇਹ ਸੀ ਵੀ ਜੇ ਇਹ ਇਲੈਕਸ਼ਨ ਹਾਰ ਗਏ ਤਾਂ ਫਿਰ ਜ਼ਿਆਦਾ ਵੱਡਾ ਜਿਹੜਾ ਉਹ ਜਿਹੜੀ ਮਾੜਾ ਲੱਗੂਗਾ ਕਿ ਆਪ ਪ੍ਰਚਾਰ ਕਰਦੇ ਰਹੇ ਨੈਸ਼ਨਲ ਲੀਡਰ, ਅਤੇ ਜਿਹੜੀ ਸੀਟ ਆ ਇਹਨਾਂ ਕੋਲੋਂ ਫੇਰ ਵੀ ਨਹੀਂ ਜਿੱਤੀ ਗਈ। ਸੋ ਇਸ ਵੇਲੇ ਅੱਜ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਏਵ ਦੇ ਉੱਤੇ ਉਹਨਾਂ ਦੀਆਂ ਗੱਲਾਂ ਦਾ ਬਹੁਤ ਸਖਤੀ ਨਾਲ ਜਵਾਬ ਦਿੱਤਾ। BC ਫੈਰੀਜ਼ ਬਹੁਤ ਮਹੱਤਵਪੂਰਨ ਟਰਾਂਸਪੋਰਟੇਸ਼ਨ ਦਾ ਸਾਧਨ ਨੇ। ਜਦੋਂ ਵੈਨਕੂਵਰ ਆਈਲੈਂਡ ਦੇ ਉੱਤੇ ਇੱਧਰ ਉੱਧਰ ਲੋਕ ਜਾਂਦੇ ਆ ਇੱਥੋਂ, ਤੇ ਬਹੁਤ ਵੱਡਾ ਰੋਲ ਪਲੇ ਕਰਦੇ ਆ, ਅਤੇ ਇਹਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਰਹੀਆਂ। BC ਫੈਰੀ ਦੀਆਂ ਕੈਂਸਲੇਸ਼ਨ ਕੋਈ ਨਵੀਂ ਗੱਲ ਨਹੀਂ, ਆਮ ਹੀ ਇਹਦੇ ਵਿੱਚ ਕੁਛ ਨਾ ਕੁਛ ਹੋ ਜਾਂਦਾ। ਕਦੇ ਕਹਿੰਦੇ ਸਾਡੇ ਕੋਲ ਜਿਹੜੇ ਮਰੀਨ ਇੰਜੀਨੀਅਰ ਹੈ ਨਹੀਂ, ਕਿ ਜਿਹੜੇ ਖਾਸ ਇੰਜੀਨੀਅਰ ਘੱਟੋ ਘੱਟ ਚਾਹੀਦੇ ਆ ਇੱਕ ਇਹਨੂੰ ਫੈਰੀ ਨੂੰ ਚਲਾਉਣ ਦੇ ਲਈ, ਉਹਨੇ ਹੈ ਨਹੀਂ। ਕਦੇ ਸਟਾਫ ਦੀ ਘਾਟ ਹੁੰਦੀ ਆ,
ਕਦੇ ਕੁਛ ਹੁੰਦਾ। ਇੱਕ ਇਹਨਾਂ ਦੇ ਵਿੱਚੋਂ ਇਹ ਆ ਕਿ ਜਿੱਦਾਂ ਏਅਰਲਾਈਨ ਦੇ ਵਿੱਚ ਕਿ ਇੱਕ ਜਹਾਜ਼ ਖਰਾਬ ਹੋ ਜਾਵੇ ਤਾਂ ਉਹਨਾਂ ਦੇ ਕੋਲ ਆਲਟਰਨੇਟ ਹੁੰਦਾ ਆ, ਇਹਨਾਂ ਦੇ ਕੋਲ ਆਲਟਰਨੇਟ ਫੈਰੀ ਨਹੀਂ ਹੁੰਦੀਆਂ। ਜੇ ਇੱਕ ਫੈਰੀ ਖਰਾਬ ਹੋ ਜਾਵੇ ਤਾਂ ਉਹਨੂੰ ਪਾਸੇ ਲਾ ਕੇ ਉਹ ਸਾਰੀਆਂ ਜਿਹੜੀਆਂ ਸੇਲਿੰਗਸ ਆ ਉਹ ਕੈਂਸਲ ਕਰਨੀਆਂ ਪੈਂਦੀਆਂ। ਔਰ ਆ ਛੁੱਟੀਆਂ ਦੇ ਵਿੱਚ ਤੇ ਹੁਣ ਜਿਹੜਾ ਹੌਲੀਡੇ ਸੀਜ਼ਨ ਹੈ ਇਹਦੇ ਵਿੱਚ ਹੋਰ ਜ਼ਿਆਦਾ ਚਾਹੀਦੀਆਂ। ਇਹ 150 ਐਕਸਟਰਾ ਹੌਲੀਡੇ ਸੇਲਿੰਗਸ ਇਹਨਾਂ ਨੇ ਕੀਤੀਆਂ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਿ 150 ਦੇ ਕਰੀਬ ਇਹਨਾਂ ਛੁੱਟੀਆਂ ਦੇ ਵਿੱਚ ਉਹ ਜਿਹੜੀਆਂ ਐਡੀਸ਼ਨਲ ਸੇਲਿੰਗਸ ਹੋਣਗੀਆਂ। ਹੁਣ ਜਿਹੜਾ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀਆਂ ਫੈਰੀਆਂ ਪੁਰਾਣੀਆਂ ਆ ਇਹਨਾਂ ਦਾ ਕੀ ਕੀਤਾ ਜਾਣਾ, ਜਾਂ ਇਹ ਕਦੋਂ ਬਦਲਣੀਆਂ। ਸਟਾਫਿੰਗ ਦਾ ਇਸ਼ੂ ਵੱਖਰਾ ਆ, ਉਹਨੂੰ ਕੀਤਾ ਜਾ ਸਕਦਾ, ਪਰ ਕਈ ਵਾਰੀ ਜਿਹੜੇ ਮਕੈਨੀਕਲ ਇਸ਼ੂਜ਼ ਹੋ ਜਾਂਦੇ ਉਹਦਾ ਹੱਲ ਕੀ ਕੀਤਾ ਜਾ ਸਕਦਾ। ਜਿਹੜੇ ਲੋਕ ਆ ਇਸ ਵੇਲੇ ਮਤਲਬ ਇਸ ਸਰਵਿਸ ਦੀ ਰਿਲਾਇਬਿਲਟੀ ਦੇ ਉੱਤੇ ਸਵਾਲ ਪੈਦਾ ਕਰ ਰਹੇ ਵੀ ਇੰਨੀਆਂ ਪੁਰਾਣੀਆਂ ਫੈਰੀਆਂ ਇਹ ਖਰਾਬ ਹੋ ਗਈਆਂ ਤਾਂ ਕੀ ਕੀਤਾ ਜਾ ਸਕਦਾ। ਰਿਪਲੇਸਮੈਂਟ ਕੀਤੀ ਜਾਣੀ ਹੁੰਦੀ ਆ। 4 ਬਹੁਤ ਪੁਰਾਣੇ ਜਿਹੜੇ ਓਲਡੈਸਟ ਇੱਥੋਂ ਦੇ ਵੈਸਲ ਨੇ, ਸੀ ਕਲਾਸ ਫੈਰੀਜ਼ ਨੇ, ਇਹਨਾਂ ਨੂੰ ਡਿਫਰ ਕਰ ਦਿੱਤਾ ਗਿਆ ਇਹਨਾਂ ਦੀ ਰਿਪਲੇਸਮੈਂਟ ਨੂੰ, ਤੇ ਜਿਹਦੇ ਨਾਲ ਇਹ ਸਵਾਲ ਉੱਠ ਰਹੇ ਆ। ਇੱਕ ਫੈਰੀ ਜਿਹੜੀ 1960 'ਚ ਬਣੀ ਆ, ਇੱਕ 70 'ਚ ਬਣੀ ਆ ਤੇ 80 'ਚ ਬਣੀ ਆ, ਜਿਹੜੀਆਂ ਕੁਈਨ ਆਫ ਅਲਬਰਨੀ ਜਾਂ ਜਿਹੜੀ ਦੂਜੀਆਂ ਕੁਛ ਹੈਗੀਆਂ ਆ ਜਿਹੜੀਆਂ ਰੀਸੈਂਟ 4 ਸਾਲਾ ਪਲਾਨ ਰਿਲੀਜ਼ ਕੀਤਾ ਗਿਆ। ਉਹਦੇ ਉੱਤੇ ਅਕਤੂਬਰ ਦੇ ਵਿੱਚ ਫੈਰੀ ਕਾਰਪੋਰੇਸ਼ਨ ਕਹਿੰਦੀ ਆ ਕਿ ਡਿਟੇਲਡ ਅਸੈਸਮੈਂਟ ਇਸ ਕੰਡੀਸ਼ਨ ਦੇ ਵਿੱਚ ਇਹਨਾਂ ਦੀ ਕਰ ਲਈ ਗਈ ਆ, ਇਹਨਾਂ ਦੀ ਕੰਡੀਸ਼ਨ ਨੂੰ ਡਿਟਰਮਨ ਕਰ ਲਿਆ ਗਿਆ ਤੇ ਇਹਨਾਂ ਨੂੰ ਜਿਹੜੀ 5 ਸਾਲ ਦੀ ਹੋਰ ਜਿਹੜਾ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾ ਸਕਦੀ ਹੈ ਇਹਨਾਂ ਦੇ ਓਰੀਜਨਲ ਪਲੈਨਡ ਰਿਟਾਇਰਮੈਂਟ ਡੇਟਸ ਤੋਂ ਬਾਅਦ। ਇਹਦਾ ਮਤਲਬ ਜਿਹੜੀਆਂ ਪੁਰਾਣੀਆਂ ਫੈਰੀਆਂ ਸੀਗੀਆਂ ਉਹਨਾਂ ਨੂੰ ਬਦਲਣ ਦੀ ਬਜਾਏ ਅੱਗੇ ਤੱਕ ਕਰ ਦਿੱਤਾ ਗਿਆ ਤੇ ਇਹ ਜਿਹੜੀ 2023 ਵਿੱਚ ਜਿੱਦਾਂ ਕਹਿੰਦੇ ਸੀ ਕਿ ਡੇਟ ਜਿਹੜੀ ਆ ਸਟਾਰਟ ਹੋਣੀ ਆ। ਬਹੁਤ ਸਾਰੇ ਜਿਹੜੇ ਨੇਵਲ ਆਰਕੀਟੈਕਟ ਨੇ ਉਹ ਇਹਦੇ ਉੱਤੇ ਗੱਲ ਦੱਸ ਰਹੇ ਆ ਕਿ ਇਹਨਾਂ ਦੇ ਉੱਤੇ ਦੇਖਿਆ ਜਾ ਸਕਦਾ ਆ ਇਹਨਾਂ ਫੈਰੀਜ਼ ਦੇ ਉੱਤੇ, ਕਿਉਂਕਿ ਇਹਨਾਂ ਨੂੰ ਲਗਾਤਾਰ ਅਸੀਂ ਇੰਸਪੈਕਸ਼ਨ ਕਰਦੇ ਹਾਂ, ਵੱਡੀਆਂ ਜਿਹੜੀਆਂ ਇੰਸਪੈਕਸ਼ਨਸ ਹੁੰਦੀਆਂ ਇਹਨਾਂ ਦੀਆਂ, ਤੇ ਇਹਦੇ ਨਾਲ ਇਹਨਾਂ ਨੂੰ ਚਲਾਇਆ ਜਾ ਸਕਦਾ। ਪਰ ਲੋਕ ਇਸ ਵੇਲੇ ਇਹ ਸਵਾਲ ਕਰ ਰਹੇ ਆ ਕਿ ਜਿਹੜੀਆਂ ਇਹ ਸੀ ਕਲਾਸ ਫੈਰੀਜ਼ ਨੇ, ਜਿਹੜੀਆਂ ਮਤਲਬ 50 ਸਾਲ 60 ਸਾਲ ਜਿਨ੍ਹਾਂ ਦੀ ਉਮਰ ਲੰਘ ਚੁੱਕੀ ਆ, ਇਹਨਾਂ ਨੂੰ ਘੱਟੋ ਘੱਟ ਬਦਲ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਲਾਸਟ ਮਿੰਟ ਦੇ ਉੱਤੇ ਪਲਾਨ ਨਾ ਬਦਲਣੇ ਪੈਣ ਤੇ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਗਲੀ ਖਬਰ ਕੈਲਗਰੀ ਤੋਂ ਆ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਜਿਹੜੀ ਕਿਰਾਏ ਦੇ ਉੱਤੇ ਘਰ ਵੀ ਨਹੀਂ ਮਿਲ ਰਹੇ, ਇਹ ਵੀ ਇੱਕ ਵੱਡੀ ਸਮੱਸਿਆ ਆ। ਇੱਕ ਔਰਤ ਲੋਕਾਂ ਨਾਲ ਫਰਾਡ ਕਰ ਗਈ, ਉੱਥੇ ਕਿਸੇ ਹੋਰ ਦਾ ਘਰ ਦਿਖਾ ਕੇ ਤੇ ਉਹ ਪੈਸੇ ਲੈ ਗਈ ਵੀ ਮੈਂ ਇਸ ਅਪਾਰਟਮੈਂਟ ਦੀ ਮਾਲਕ ਹਾਂ ਤੇ ਤੁਹਾਨੂੰ ਮੈਂ ਰੈਂਟ ਕਰਨਾ ਆ। ਪੁਲਿਸ ਉਹਦੀ ਭਾਲ ਕਰ ਰਹੀ ਹੈ ਤੇ ਲੋਕਾਂ ਨੂੰ ਕਹਿ ਰਹੀ ਆ ਵੀ ਜੇ ਕਿਸੇ ਨਾਲ ਇਦਾਂ ਦੀ ਗੱਲਬਾਤ ਹੁੰਦੀ ਤਾਂ ਉਹਦੇ ਤੋਂ ਬਚੋ। ਜਿਹੜੇ ਆਫੀਸਰ ਇਹ ਗੱਲਬਾਤ ਦੱਸ ਰਹੇ ਆ ਕਿ ਉਹਨੇ ਇਸ ਔਰਤ ਨੇ ਬਹੁਤ ਸਾਰੀਆਂ ਐਡਸ ਮਲਟੀਪਲ ਐਡਸ ਪਾਈਆਂ ਆਨਲਾਈਨ ਜਿਹਨਾਂ ਦੇ ਉੱਤੇ ਅਕਤੂਬਰ ਦੇ ਵਿੱਚ, ਤੇ ਉਹ ਕਹਿੰਦੀ ਮੇਰੇ ਕੋਲ ਵੇਕੈਂਟ ਅਪਾਰਟਮੈਂਟ ਆ 2 ਐਵਨਿਊ ਦੇ ਉੱਤੇ ਤੇ ਜਿਹੜੀਆਂ ਕ੍ਰੈਸੈਂਟ ਹਾਈਟਸ ਏਰੀਆ ਆ ਉਹਦੇ ਵਿੱਚ ਇਹ ਅਪਾਰਟਮੈਂਟ ਹੈਗਾ ਤੇ ਮੈਂ ਰੈਂਟ ਤੇ ਦੇਣਾ, ਜੇ ਕਿਸੇ ਨੇ ਲੈਣਾ ਤਾਂ ਮੈਨੂੰ ਦੱਸ ਦਿਓ। ਉਹ ਕਹਿੰਦੇ ਜਦੋਂ ਕੋਈ ਬੰਦਾ ਰਿਸਪੌਂਡ ਕਰ ਦਿੰਦਾ ਸੀ ਉਹਨੂੰ ਵੀ ਹਾਂਜੀ ਅਸੀਂ ਲੈਣਾ ਆ ਇਹ, ਤਾਂ ਉਹ ਉਹਦੇ ਨਾਲ ਜਿਹੜੀ ਸ਼ੋਇੰਗ ਰੱਖ ਲੈਂਦੀ ਸੀ ਉਹਦੀ ਵੀ ਆ ਕੇ ਤੁਸੀਂ ਦੇਖ ਲਓ, ਤੇ ਫਿਰ ਉਸ ਤੋਂ ਬਾਅਦ ਉਹਨੂੰ ਸਹਿਮਤ ਕਰ ਲੈਂਦੀ ਸੀ ਵੀ ਤੁਸੀਂ ਇਹ ਅਪਾਰਟਮੈਂਟ ਨੂੰ ਰੈਂਟ ਤੇ ਲੈ ਲਓ। ਦਿਖਾ ਵੀ ਦਿੰਦੀ ਸੀ ਕਿਸੇ ਦਾ ਅਪਾਰਟਮੈਂਟ। ਉਹਦੇ ਤੋਂ ਬਾਅਦ ਕਹਿੰਦੇ ਫਿਰ ਉਹ ਡਿਮਾਂਡ ਮੰਗਦੀ ਸੀ ਕਿ ਡੈਮੇਜ ਡਿਪੋਜ਼ਿਟ ਅਪਾਰਟਮੈਂਟ ਦਾ, ਕਿ ਤੁਸੀਂ ਜਾਣ ਤੋਂ ਪਹਿਲਾਂ ਮੂਵ ਇਨ ਡੇਟ ਤੋਂ ਪਹਿਲਾਂ ਸਾਨੂੰ ਡੈਮੇਜ ਡਿਪੋਜ਼ਿਟ ਦੇ ਦਿਓ ਤੇ ਬਾਕੀ ਜਿਹੜਾ ਕਿਰਾਇਆ ਉਸ ਹਿਸਾਬ ਨਾਲ ਚੱਲਦਾ ਰਹੂਗਾ। ਜਦੋਂ ਇੱਕ ਵਾਰੀ ਬੰਦਾ ਸਹਿਮਤ ਹੋ ਜਾਂਦਾ ਸੀ ਤੇ ਈ ਟ੍ਰਾਂਸਫਰ ਕਰ ਦਿੱਤਾ ਜਾਂਦਾ ਸੀ ਉਸ ਅਪਾਰਟਮੈਂਟ ਦੇ ਲਈ, ਪੁਲਿਸ ਕਹਿੰਦੀ ਵੀ ਉਹਦੇ ਤੋਂ ਬਾਅਦ ਫਿਰ ਉਹ ਔਰਤ ਉਸ ਬੰਦੇ ਨਾਲ ਕਮਿਊਨੀਕੇਸ਼ਨ ਕੱਟ ਕਰ ਦਿੰਦੀ ਸੀ, ਫਿਰ ਉਹਦੇ ਨਾਲ ਬਹੁਤੀ ਗੱਲਬਾਤ ਨਹੀਂ ਕਰਦੀ ਸੀ, ਬਹੁਤ ਮਤਲਬ ਕੱਟ ਹੀ ਕਰ ਦਿੰਦੀ ਸੀ ਤੇ ਜਦੋਂ ਉਹਨੂੰ ਇਹ ਪੈਸਾ ਮਿਲ ਜਾਂਦਾ ਸੀ। ਹੁਣ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਉਹ ਦੱਸਦੀ ਆ ਕਿ ਪਹਿਲਾਂ ਇਹ ਔਰਤ ਇਸ ਅਪਾਰਟਮੈਂਟ ਦੇ ਵਿੱਚ ਰਹਿੰਦੀ ਸੀ, ਮਤਲਬ ਪਰ ਇਹਦਾ ਅਪਾਰਟਮੈਂਟ ਹੈ ਨਹੀਂ, ਰਹਿੰਦੀ ਉਹ ਸੀਗੀ, ਦਿਖਾ ਉਹ ਦਿੰਦੀ ਸੀ, ਅਪਾਰਟਮੈਂਟ ਉਹਦਾ ਹੈ ਨਹੀਂ, ਲੋਕਾਂ ਕੋਲੋਂ ਪੈਸੇ ਲੈ ਲੈਂਦੀ ਸੀ। ਤੇ ਕੈਲਗਰੀ ਪੁਲਿਸ ਨੇ ਇਹਦਾ ਜਿਹੜੀ ਆ ਤਸਵੀਰ ਵੀ ਜਾਰੀ ਕੀਤੀ ਹੈ। 33 ਸਾਲ ਦੀ ਉਮਰ ਦੱਸਦੇ ਆ। ਕ੍ਰਿਸਟਲ ਕੈਥਰੀਨ ਸ਼ੈਨਨ ਇਹਦਾ ਨਾਂ ਆ ਤੇ ਇਹਨੂੰ ਪੁਲਿਸ ਕਹਿੰਦੇ ਆ ਕਿ 5 ਫੁੱਟ 4 ਇੰਚ ਲੰਬੀ ਤੇ 265 ਪਾਉਂਡ ਦੇ ਕਰੀਬ ਇਹ ਭਾਰੀ ਆ। ਬਲੌਂਡ ਹੇਅਰ ਨੇ, ਬਲੂ ਆਈਜ਼ ਨੇ ਇਹਦੀਆਂ। ਜੇ ਕਿਸੇ ਨੂੰ ਕੋਈ ਇਹਦੇ ਬਾਰੇ ਜਾਣਕਾਰੀ ਹੋਵੇ ਪੁਲਿਸ ਦੇ ਨਾਲ ਸੰਪਰਕ ਕਰੇ, ਜਾਂ ਤਾਂ ਉਹਨਾਂ ਨੂੰ 403 266 1234 ਇਸ ਨੰਬਰ ਦੇ ਉੱਤੇ ਕਾਲ ਕਰ ਦੇਵੇ, ਜਾਂ ਜੇ ਉਹਨਾਂ ਨੇ ਆਪਣੀ ਕਿਸੇ ਬੰਦੇ ਨੇ ਪਛਾਣ ਨਹੀਂ ਦੱਸਣੀ ਤੇ ਅਨੋਨੀਮਸ ਰਹਿਣਾ ਚਾਹੁੰਦੇ ਆ ਤਾਂ ਕ੍ਰਾਈਮ ਸਟਾਪਰ ਦੇ ਨੂੰ ਜਿਹੜਾ ਆ 1800 222 8477 ਇਸ ਨੰਬਰ ਦੇ ਉੱਤੇ ਵੀ ਸੰਪਰਕ ਕਰਕੇ ਉਹਨਾਂ ਨੂੰ ਦੱਸਿਆ ਜਾ ਸਕਦਾ ਆ। ਤੇ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਆ ਕਿ ਪੂਰਾ ਤਹਿਕੀਕਾਤ ਕੀਤੇ ਤੋਂ ਬਿਨਾਂ ਇਹ ਕਿਸੇ ਨੂੰ ਡਿਪੋਜ਼ਿਟ ਜਾਂ ਈ ਟ੍ਰਾਂਸਫਰ ਨਾ ਕੀਤਾ ਜਾਵੇ। ਅਗਲੀ ਖਬਰ ਵੀ ਅਲਬਰਟਾ ਤੋਂ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਨੇ ਅੱਜ ਮਾਫੀ ਮੰਗ ਲਈ ਆ।
ਕਾफ़ੀ ਚਰਚਾ ਦੇ ਵਿੱਚ ਰਹੀ ਹੈ ਗੱਲਬਾਤ। ਮਾफ़ी ਕਿਸ ਗੱਲ ਕਰਕੇ ਉਹਨਾਂ ਨੇ ਮੰਗੀ ਆ? ਮਾफ़ी ਉਹਨਾਂ ਨੇ ਇਹ ਕਿਹਾ ਕਿ ਜੇ ਕਿਸੇ ਨੇ ਮੇਰੇ ਐਸ ਜਿਹੜੇ ਰਿਮਾਰਕਸ ਦਿੱਤੇ ਸੀ ਉਹਨਾਂ ਨੇ, ਜੇ ਕਿਸੇ ਨੇ ਉਹਨੂੰ ਗਲਤ ਇੰਟਰਪ੍ਰੈਟ ਕੀਤਾ ਹੋਵੇ, ਗਲਤ ਸਮਝਿਆ ਹੋਵੇ ਤੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ, ਉਹ ਕਹਿੰਦੇ ਮੈਂ ਉਹਦੇ ਲਈ ਮਾफ़ी ਮੰਗਦੀ ਹਾਂ, ਪਰ ਮੇਰੀ ਮਨਸ਼ਾ ਇਹ ਨਹੀਂ ਸੀ। ਮਾਮਲਾ ਕੀ ਹੈ? ਮਾਮਲਾ ਤੁਹਾਨੂੰ ਪਤਾ ਕਿ ਅਲਬਰਟਾ ਜਿਹੜਾ ਸੋਵਰਨਟੀ ਦੀ ਗੱਲ ਕਰ ਰਿਹਾ, ਉਹ ਕਹਿੰਦੇ ਵੀ ਸਾਨੂੰ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ, ਓਟਵਾ ਦੇ ਨਾਲ ਸਾਡਾ ਰਿਸ਼ਤਾ ਬਹੁਤਾ ਵਧੀਆ ਨਹੀਂ ਆ, ਭਾਵ ਅਸੀਂ ਕੈਨੇਡਾ ਤੋਂ ਅਲੱਗ ਤਾਂ ਨਹੀਂ ਹੋਣਾ ਚਾਹੁੰਦੇ, ਪਰ ਸਾਨੂੰ ਕੁਝ ਖਾਸ ਅਧਿਕਾਰ ਹੋਣੇ ਚਾਹੀਦੇ, ਜਾਂ ਦੂਜੇ ਸ਼ਬਦਾਂ ਦੇ ਵਿੱਚ ਸਾਡੇ ਅਧਿਕਾਰਾਂ ਦੇ ਉੱਤੇ ਓਟਵਾ ਦਾ ਬਹੁਤਾ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਤੇ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਸੀਗੀ ਕਿ ਜਿਹੜੇ ਓਟਵਾ ਦੀ ਟਰੀਟਮੈਂਟ ਅਲਬਰਟਾ ਦੇ ਨਾਲ ਜਿਹੜੀ ਉਹ ਸਿਸਟੈਮਿਕ ਤੇ ਉਸੇ ਤਰ੍ਹਾਂ ਦੀ ਹੌਰੀਫਿਕ ਅਬਿਊਜ਼ ਆ ਫਸਟ ਨੇਸ਼ਨ ਲੋਕਾਂ ਦਾ ਕੈਨੇਡਾ ਦੇ ਦਾ, ਵੀ ਇਹਨਾਂ ਨੇ ਓਟਵਾ ਨੇ ਇਹਨਾਂ ਲੋਕਾਂ ਦੇ ਨਾਲ ਵੀ ਉਸੇ ਤਰ੍ਹਾਂ ਟਰੀਟ ਕੀਤਾ, ਅਲਬਰਟਾ ਦੇ ਨਾਲ ਵੀ ਉਸੇ ਤਰ੍ਹਾਂ ਟਰੀਟ ਕੀਤਾ। ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਮੇਰਾ ਇਰਾਦਾ ਇਹ ਨਹੀਂ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਇਹ ਜਿਹੜੇ ਇਹ ਇੰਡੀਜੀਨੀਅਸ ਲੋਕ ਨੇ ਇਹਨਾਂ ਨੂੰ ਠੇਸ ਪਹੁੰਚਾਉਣ ਦਾ, ਉਹ ਕਹਿੰਦੇ ਮੇਰਾ ਇਰਾਦਾ ਨਹੀਂ ਸੀ। ਜਿਹੜੇ ਫਸਟ ਨੇਸ਼ਨ ਨੇ ਕਿ ਅਸੀਂ ਜਿਹੜੀ ਉਹਨਾਂ ਨੇ ਗੱਲ ਕਹੀ ਆ ਕਿ ਸਾਡੇ ਦੋਵਾਂ ਦੇ ਨਾਲ ਇੱਕੋ ਤਰੀਕੇ ਦੇ ਨਾਲ ਹੋਇਆ, ਅਲਬਰਟਾ ਦੇ ਨਾਲ ਵੀ ਇਹੀ ਕੁਛ ਹੋਇਆ, ਫਸਟ ਨੇਸ਼ਨ ਦੇ ਨਾਲ ਵੀ ਇਹੀ ਕੁਛ ਹੋਇਆ। ਤੇ ਜਿਹੜੀ ਸਾਨੂੰ ਜਿਹੜੀ ਕੁਛ ਅਥਾਰਟੀ ਵਾਲੇ ਏਰੀਆਜ਼ ਨੇ ਉੱਥੇ ਆਜ਼ਾਦੀ ਚਾਹੀਦੀ ਆ। ਇਸ ਕਮੈਂਟ ਤੋਂ ਬਾਅਦ ਉਹਨਾਂ ਦਾ ਕਾਫੀ ਜ਼ਿਆਦਾ ਵਾਦ ਵਿਵਾਦ ਹੋਇਆ ਸੀ ਤੇ ਹੁਣ ਉਹਨਾਂ ਨੇ ਇਸ ਗੱਲ ਦੇ ਉੱਤੇ ਮੁਆਫੀ ਮੰਗ ਲਈ ਆ, ਇਹ ਕਹਿ ਕੇ ਕਿ ਮੇਰੀ ਇੰਟੈਂਸ਼ਨ ਇਹ ਨਹੀਂ ਸੀਗੀ, ਅਸਲ ਦੇ ਵਿੱਚ ਮੈਂ ਦੱਸਣਾ ਚਾਹੁੰਦੀ ਸੀ ਕਿ ਸਾਡੀ ਓਟਵਾ ਦੇ ਨਾਲ ਜਿਹੜੀ ਪ੍ਰੋਬਲਮ ਆ ਉਹ ਇਸੇ ਤਰ੍ਹਾਂ ਦੀ ਆ। ਤੁਹਾਨੂੰ ਇੱਥੇ ਇਹ ਵੀ ਯਾਦ ਹੋਊਗਾ ਕਿ ਜਿਹੜੇ ਇਹ ਫਸਟ ਨੇਸ਼ਨਸ ਨੇ ਇਹ ਮੰਗ ਕਰ ਰਹੇ ਆ ਕਿ ਜਿਹੜਾ ਅਲਬਰਟਾ ਦੀ ਇਸ ਲੈਜਿਸਲੇਚਰ ਦੇ ਵਿੱਚ ਪਾਸ ਕੀਤਾ ਗਿਆ ਆ ਸੋਵਰਨਟੀ ਐਕਟ, ਕਿ ਸਾਨੂੰ ਆਜ਼ਾਦੀ ਚਾਹੀਦੀ ਆ, ਅਸੀਂ ਇੱਕ ਤਰੀਕੇ ਦੇ ਨਾਲ ਵੱਖਰੇ ਹੋਣਾ ਚਾਹੁੰਦੇ ਹਾਂ, ਕੈਨੇਡਾ ਨਾਲੋਂ ਵੱਖਰੇ ਤਾਂ ਨਹੀਂ ਹੋਣਾ ਚਾਹੁੰਦੇ, ਪਰ ਅਸੀਂ ਆਪਣੇ ਅਧਿਕਾਰ ਜ਼ਿਆਦਾ ਚਾਹੁੰਦੇ ਹਾਂ, ਸਾਡੇ ਉੱਤੇ ਉਹਨਾਂ ਦੀ ਦਖਲਅੰਦਾਜ਼ੀ ਨਾ ਹੋਵੇ। ਜਿਹੜੀ ਅਲਬਰਟਾ ਦੇ ਇਸ ਫੈਸਲੇ ਦੀ ਇਹ ਇੰਡੀਜੀਨੀਅਸ ਜਿਹੜੀਆਂ ਕੰਸਲਟੇਸ਼ਨਸ ਨੇ ਜਾਂ ਦੂਜੇ ਸੀ, ਇਹਨਾਂ ਨੇ ਵਿਰੋਧ ਕੀਤਾ ਸੀ ਵੀ ਇਹਨਾਂ ਨੂੰ ਇਹ ਵਾਪਸ ਲੈਣਾ ਚਾਹੀਦਾ, ਔਰ ਉਹ ਅਜੇ ਵੀ ਆਪਣੀ ਇਸੇ ਗੱਲ ਤੇ ਅੜੇ ਆ ਵੀ ਘੱਟੋ ਘੱਟ ਅਲਬਰਟਾ ਦੀ ਸਰਕਾਰ ਓਟਵਾ ਦੇ ਨਾਲ ਸਾਡੀ ਟਰੀਟੀ ਨੂੰ ਭੁੱਲ ਰਹੀ ਆ, ਕਿ ਜਿਹੜੀ ਸਾਡੀ ਟਰੀਟੀ ਆ ਉਹਨੂੰ ਭੁੱਲ ਰਹੀ ਆ ਤੇ ਆਪਣੇ ਪੱਧਰ ਦੇ ਉੱਤੇ ਕੁਝ ਫੈਸਲੇ ਕਰ ਰਹੇ ਆ। ਤੇ ਇਹ ਇਸ ਤਰ੍ਹਾਂ ਨਹੀਂ ਹੁੰਦਾ ਤੇ ਇਸ ਗੱਲ ਦੇ ਉੱਤੇ ਫਿਰ ਕਾਫੀ ਜ਼ਿਆਦਾ ਜਿਹੜੇ NDP ਦੇ ਇੰਡੀਜੀਨੀਅਸ ਰਿਲੇਸ਼ਨਸ਼ਿਪ ਕ੍ਰਿਟਿਕ ਨੇ ਰਿਚਰਡ ਫਿਅਨ, ਉਹਨਾਂ ਨੇ ਇਸ ਗੱਲ ਦੇ ਉੱਤੇ ਕਿਹਾ ਸੀ ਕਿ ਨੇਸ਼ਨ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਸੀ ਤੇ ਜੋ ਕੁਛ ਇੱਥੇ ਹੋਇਆ, ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਰਿਆ ਗਿਆ, ਤੇ ਇਹਦੇ ਉੱਤੇ ਇਸ ਕਮੈਂਟ ਦੇ ਉੱਤੇ ਡੈਨੀਅਲ ਸਮਿਥ ਨੂੰ, ਅਲਬਰਟਾ ਦੇ ਪ੍ਰੀਮੀਅਰ ਨੂੰ ਮੁਆਫੀ ਮੰਗਣੀ ਚਾਹੀਦੀ ਆ। ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮੁਆਫੀ ਮੰਗ ਲਈ ਆ, ਪਰ ਜਿਹੜੇ ਫਸਟ ਨੇਸ਼ਨ ਨੇ ਉਹ ਅਜੇ ਵੀ ਆਪਣੇ ਸਟੈਂਡ ਦੇ ਉੱਤੇ ਖੜੇ ਨੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਿਦਡਰਾ ਕਰਨਾ ਚਾਹੀਦਾ ਇਹ ਜਿਹੜਾ ਬਿੱਲ ਆ। ਤੇ ਥਰਡ ਰੀਡਿੰਗ ਦੇ ਵਿੱਚ ਰਾਤ ਨੂੰ 1 ਵਜੇ ਜਾ ਕੇ ਇਹਨਾਂ ਨੇ ਪਾਸ ਕੀਤਾ ਸੀ ਔਰ ਪੂਰੇ ਕੈਨੇਡਾ ਦੇ ਵਿੱਚ ਇਹਨੇ ਇੱਕ ਹਲਚਲ ਜਿਹੀ ਮਚਾ ਦਿੱਤੀ ਸੀ। ਤੇ ਉਸ ਮਾਮਲੇ ਦੇ ਉੱਤੇ ਹੁਣ ਡੈਨੀਅਲ ਸਮਿਥ ਨੇ ਇਸ ਮਾਮਲੇ ਦੇ ਉੱਤੇ ਮੁਆਫੀ ਮੰਗ ਲਈ ਹੈ, ਪਰ ਜਿਹੜੇ ਫਸਟ ਨੇਸ਼ਨ ਨੇ ਆਪਣੇ ਉਸੇ ਫੈਸਲੇ ਦੇ ਉੱਤੇ ਅਜੇ ਵੀ ਖੜੇ ਆ ਕਿ ਮੁਆਫੀ ਠੀਕ ਆ, ਪਰ ਇਹਨਾਂ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ। ਵਿਨੀਪੈਗ ਦੀ ਖਬਰ ਅਸੀਂ ਲਗਾਤਾਰ ਕਾਫੀ ਦਿਨਾਂ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀ 2 ਔਰਤਾਂ ਉੱਥੇ ਲੈਂਡਫਿਲਸ ਦੇ ਵਿੱਚ ਦਬੀਆਂ ਨੇ। ਮਤਲਬ ਉਹਨਾਂ ਨੂੰ ਸੀਰੀਅਲ ਕਿਲਰ ਨੇ ਮਾਰ ਦਿੱਤਾ ਸੀ ਤੇ ਮੁੜ ਕੇ ਉੱਥੇ ਉਹਨਾਂ ਨੂੰ ਸਿੱਟ ਦਿੱਤਾ ਸੀ ਤੇ ਫਿਰ ਉਹਨਾਂ ਦੇ ਉੱਤੇ ਡੰਪ ਜਿਹੜਾ ਲਗਾਤਾਰ ਡਿੱਗਦਾ ਰਿਹਾ। ਇਹ ਜਿਹੜੇ ਇੰਡੀਜੀਨਸ ਭਾਈਚਾਰੇ ਦੇ ਲੋਕ ਸੀ, ਇਹਨਾਂ ਨੇ ਮੰਗ ਕੀਤੀ ਸੀ ਚੀਫ ਕੋਲੋਂ, ਵਿਨੀਪੈਗ RCMP ਦੇ ਚੀਫ ਕੋਲੋਂ, ਕਿ ਤੁਸੀਂ ਇਹਨਾਂ ਨੂੰ ਰਿਕਵਰ ਕਰੋ, ਇਹਨੂੰ ਚੱਕੋ। ਤੇ ਉਹ ਕਹਿੰਦੇ ਸੀ ਵੀ ਸਾਡੇ ਲਈ ਪੋਸੀਬਲ ਨਹੀਂ, ਜਿੰਨਾ ਇਹਦੇ ਉੱਤੇ ਡਿੱਗ ਚੁੱਕਿਆ ਸਾਰਾ ਕੁਛ, ਇਹਦੇ ਥੱਲੇੋਂ ਕੁਛ ਵੀ ਨਹੀਂ ਲੱਭਣਾ। ਫਿਰ ਉਹਨਾਂ ਨੇ ਸਿੱਧੀ ਗੱਲਬਾਤ ਕੀਤੀ ਸੀ ਕਿ ਅਸੀਂ ਫੈਡਰਲ ਗਵਰਨਮੈਂਟ ਦੀ ਮਦਦ ਚਾਹੁੰਦੇ ਹਾਂ ਤੇ ਅਸੀਂ ਆਪ ਇਹਨੂੰ ਜ਼ਰੂਰ ਕਰਾਂਗੇ। ਹੁਣ ਇਸ ਮਾਮਲੇ ਦੇ ਉੱਤੇ ਕਹਿੰਦੇ ਜਿਹੜੀ ਵਿਨੀਪੈਗ ਦੇ ਵਿੱਚ ਪੁਲਿਸ ਆ ਉਹ ਇਸ ਗੱਲ ਦੇ ਉੱਤੇ ਸਹਿਮਤ ਹੋ ਗਈ ਆ ਕਿ ਅਸੀਂ ਇਹਦੇ ਵਿੱਚ ਇਹਨਾਂ ਦਾ ਸਾਥ ਦੇਵਾਂਗੇ। ਜਿਹੜੀ ਹੈਰਿਸ ਤੇ ਮਾਇਰਨ ਸੀਗੇ, ਉਹਨਾਂ ਦਾ ਜਿਹੜੀ 4 ਵਿਕਟਮ ਸੀਗੇ ਇੱਥੇ ਦੇ ਔਰਤਾਂ ਜਿਹੜੀਆਂ ਸੀਗੀਆਂ, ਉਹਨਾਂ ਵਿੱਚੋਂ 2 ਔਰਤਾਂ ਦੀਆਂ ਲਾਸ਼ਾਂ ਇੱਥੇ ਸੀਗੀਆਂ। ਉਹ ਬੰਦੇ ਨੇ ਮਤਲਬ ਇਹਨਾਂ ਨੂੰ ਇੱਕ ਨੇ ਮਾਰ ਦਿੱਤਾ ਸੀ, ਉਹਨੂੰ ਵੀ ਪੁਲਿਸ ਨੇ ਫੜ ਲਿਆ ਸੀ। ਤੇ 2 ਲਾਸ਼ਾਂ ਜਿਹੜੀਆਂ ਇਸ ਲੈਂਡਫਿਲ ਦੇ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਦੱਸਿਆ ਜਾ ਰਿਹਾ ਸੀ। ਤੇ ਪੁਲਿਸ ਨੇ ਪਹਿਲਾਂ ਡਿਸਾਈਡ ਕੀਤਾ ਸੀ ਕਿ ਅਸੀਂ ਕੋਈ ਵੀ ਸਰਚ ਇੱਥੇ ਕੰਡਕਟ ਨਹੀਂ ਕਰਨੀ, ਕਿਉਂਕਿ ਇੱਥੋਂ ਕੁਛ ਵੀ ਨਹੀਂ ਲੱਭਣਾ। ਇਹਦੇ ਲੌਜਿਸਟਿਕ ਜਿਹੜੇ ਚੈਲੰਜਸ ਬਹੁਤ ਨੇ ਇਹਦੇ ਉੱਤੇ, ਕਿਉਂਕਿ ਸਮਾਂ ਬਹੁਤ ਜ਼ਿਆਦਾ ਲੰਘ ਗਿਆ ਤੇ ਇਹਦੇ ਵਿੱਚੋਂ ਕੁਛ ਵੀ ਸਾਨੂੰ ਨਹੀਂ ਮਿਲਣਾ। ਬਹੁਤ ਘੱਟ ਚਾਂਸ ਆ ਹੈਰਿਸ ਜਾਂ ਮਾਇਰਨ ਦੇ ਇੱਥੋਂ ਅਵਸ਼ੇਸ਼ ਦੋਵਾਂ ਔਰਤਾਂ ਦੇ ਵਿੱਚੋਂ ਕਿਸੇ ਦੇ ਮਿਲਣ ਦੇ। ਤੇ ਉਹਦੇ ਤੋਂ ਬਾਅਦ ਫਿਰ ਬੈਕਲੈਸ਼ ਹੋਇਆ ਸੀ ਇਸ ਭਾਈਚਾਰੇ ਵੱਲੋਂ ਕਿ ਤੁਸੀਂ ਸਾਡਾ ਐਡਾ ਵੀ ਨਹੀਂ ਖਿਆਲ ਕਰ ਸਕਦੇ, ਕੋਈ ਸਮਾਂ ਸੀ ਤੁਸੀਂ ਸਾਨੂੰ ਆਪ ਜਿਹੜੀਆਂ ਅਨਮਾਰਕਡ ਗ੍ਰੇਵਸ ਦੇ ਵਿੱਚ ਉੱਥੇ ਲੱਭੀਆਂ ਤੇ ਦੱਬ ਦਿੱਤਾ, ਹੁਣ ਸਾਡੇ ਸਾਹਮਣੇ ਸਾਰਾ ਕੁਝ ਵਾਪਰ ਰਿਹਾ, ਤੁਸੀਂ ਹੁਣ ਵੀ ਕੁਝ ਨਹੀਂ ਕਰ ਰਹੇ। ਤਾਂ ਇਸ ਮਾਮਲੇ ਦੇ ਉੱਤੇ ਹੁਣ ਜਿਹੜਾ ਪੁਲਿਸ ਆ ਉਹ ਸਹਿਮਤ ਹੋ ਗਈ। ਉਹ ਕਹਿੰਦੇ ਵੀ ਅਸੀਂ ਇਹਨਾਂ ਦਾ
ਸਾਥ ਦੇਵਾਂਗੇ ਤੇ ਦੇਖੋ ਇਹਦੇ ਵਿੱਚ ਅੱਗੇ ਕੀ ਜਾਂਦਾ, ਕੀ ਇਹਨੂੰ ਲੈਂਡਫਿਲ ਨੂੰ ਦੁਬਾਰਾ ਚੱਕਿਆ ਜਾਂਦਾ, ਇਹਦੇ ਥੱਲੇੋਂ ਲਾਸ਼ਾਂ ਨੂੰ ਕੱਢਿਆ ਜਾਂਦਾ, ਜਾਂ ਇਹਦੇ ਵਿੱਚ ਭਵਿੱਖ ਦੇ ਵਿੱਚ ਕਿਹੜੀ ਕਾਰਵਾਈ ਹੁੰਦੀ ਹੈ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੱਲ ਦੀਆਂ ਕੁਝ 8-10 ਕੈਨੇਡਾ ਦੀਆਂ ਗੱਲਾਂ ਬਾਤਾਂ, ਕੈਨੇਡਾ ਦੇ ਮੁੱਦੇ ਇਸ ਪ੍ਰੋਗਰਾਮ ਵਿੱਚ ਲੈ ਕੇ।